ਮੈਨੂੰ ਜਸਟਿਨ ਟਰੂਡੋ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਡਿਨਰ 'ਤੇ ਬੁਲਾਇਆ ਸੀਗਾ ਦਿੱਲੀ 'ਤੇ। ਜਦੋਂ ਉਹਨੇ ਕਾਫੀ ਸਾਰੀ ਮੇਰੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ। ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ इंडिया मत छड़ के विष्णु के, और हम वो विष्णु का रूप है क्योंकि विष्णु खुद किन्नर बन जाते हैं मोहनी अवतार में। अलाउद्दीन खिलजी ਦਾ ਜਿਹੜਾ ਸਿਪਾ ਸਲਾਰ ਸੈਨਾਪਤੀ ਸੀਗਾ, ਮਲਿਕ ਕਾਫੂਰ ਉਹੀ ਜਿਹੜਾ ਸੀਗਾ, ਔਰ ਈਵਨ ਕਿ ਸਾਡਾ ਹਿੰਦੁਸਤਾਨ ਦਾ ਪਹਿਲਾ ਬਾਦਸ਼ਾਹ ਜਿਹੜਾ ਸੀਗਾ ਮੁਗਲ ਬਾਦਸ਼ਾਹ, ਹੀ ਵਾਜ਼ ਨਾਟ ਸਟ੍ਰੇਟ, ही वॉज होमोसेक्सुअल। सभी औरत हैं उस। ऐसे ही श्री गुरु ग्रंथ साहब में भी जीव आत्मा को स्त्री भाव में आप जब गुरबाणी पढ़ते हो तो अपने आप को औरत मान के ही उस परमात्मा का ध्यान करते हो। ये तो नहीं आदमी बन के वहाँ पर बैठ जाते हो। उसको जब उस कंसेप्ट को हम भूल जाते हैं, मर्द बन जाते हैं, मूछें तान के खड़े हो जाते हैं, तो फिर परमात्मा मिलना मुश्किल। बट इंडिया 'ਚ ਇੰਨੀ जल्दी चेंजेस आ रही हैं, ਇੰਨੀ ਜ਼ਿਆਦਾ राइट्स मिल रहे हैं, अमेरिका 'ਚ भी नहीं मिल रहे हैं। ट्रांसजेंडर वास्ते उत्थे कोई राइट्स नहीं है। इक्वल राइट्स से कुछ नहीं होता, इक्वल अपॉर्चुनिटी भी देनी होती है। हाँ जी, सत श्री अकाल जी। सब सिंधु टीवी देख रहे सारे दर्शकों का स्वागत है। मेरा नाम है अरुणदीप सिंह। ਜ਼ਿੰਦਗੀ 'ਚ ਕੁਝ ਪਲ ਇਹੋ ਜਿਹੇ ਹੁੰਦੇ ਨੇ ਜਿਹੜੇ ਇਨਸਾਨ ਨੂੰ ਛੂ ਜਾਂਦੇ ਨੇ, ਤੇ ਪਰ ਕੁਝ ਸ਼ਖਸੀਅਤਾਂ ਸਾਡੇ ਨਾਲ ਇਹੋ ਜਿਹੀਆਂ ਜੁੜੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਜ਼ਿੰਦਗੀ ਹੀ ਛੂ ਜਾਣ ਵਾਲੀ ਹੁੰਦੀ ਹੈ। ਸੋ ਸਾਡੇ ਨਾਲ ਅੱਜ ਮੌਜੂਦ ਨੇ ਧਨੰਜੇ ਚੌਹਾਨ ਜੀ। ਉਹਨਾਂ ਦੀ ਜ਼ਿੰਦਗੀ ਬਾਰੇ ਜਾਣਦੇ ਹਾਂ, ਆਓ ਕਰਦੇ ਹਾਂ ਉਹਨਾਂ ਨਾਲ ਕੁਝ ਖਾਸ ਗੱਲਬਾਤ। ਚਲੋ ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਮੈਂ ਤੁਹਾਨੂੰ ਕਿਸ ਨਾਮ ਨਾਲ ਬੁਲਾਵਾਂ? ਮੇਰਾ ਨਾਮ ਧਨੰਜੇ ਚੌਹਾਨ ਹੈ। ਆਪਣੇ ਆਪ ਨੂੰ ਆਈਡੈਂਟੀਫਾਈ ਫੀਮੇਲ ਕਰਦੀ ਹਾਂ, ਅਤੇ ਮੇਰਾ ਜਿਹੜਾ ਪ੍ਰੋਨਾਊਨਸ ਹੈ ਉਹ ਸ਼ੀ ਔਰ ਹਰ ਹੈ। ਓਕੇ, ਕਹਿੰਦਾ ਮੈਂ ਤੁਹਾਨੂੰ ਮੈਮ ਕਹਿ ਸਕਦਾ? ਯੈਸ। ਮੈਮ, ਤੁਹਾਡੀ ਲਾਈਫ ਦੇ ਵਿੱਚ ਰੋਜ਼ ਦਾ ਸੰਘਰਸ਼ ਹੈ ਜੀ, ਦਿਨ ਦੀ ਸ਼ੁਰੂਆਤ ਹੋਣ ਤੋਂ ਬਾਅਦ, ਪਰ ਜਿਹੜੀ ਨਾਰਮਲ ਇਨਸਾਨ ਜਿਹੜੇ ਆਪਣੇ ਆਪ ਨੂੰ ਨਾਰਮਲ ਕਹਿੰਦੇ ਨੇ ਕਿ ਅਸੀਂ ਨਾਰਮਲ ਹਾਂ, ਉਹਨਾਂ ਦੀ ਜ਼ਿੰਦਗੀ 'ਚ ਕੋਈ ਛੋਟੀ ਜਿਹੀ ਪ੍ਰੋਬਲਮ ਆ ਜਾਏ, ਉਹ ਨਾਲ ਦੇ ਨਾਲ ਹਥਿਆਰ ਗਿਰ ਜਾਂਦੇ ਨੇ, ਘੁੱਟਣੇ ਟੇਕ ਜਾਂਦੇ ਨੇ। ਬਟ ਤੁਸੀਂ ਆਪਣੇ ਆਪ ਨੂੰ ਇੰਨਾ ਪੋਜ਼ੀਟਿਵ, ਇੰਨਾ ਸੰਘਰਸ਼ ਦੇ ਵਿੱਚ ਰੈਗੂਲਰਲੀ ਜੁੜੇ ਰਹਿਣਾ, ਕਿਉਂਕਿ ਰੋਜ਼ ਦਾ ਇੱਕ ਤਰ੍ਹਾਂ ਕਹਿੰਦਾ ਵੀ ਕੂਆਂ ਖੋਦ ਕੇ ਪਾਣੀ ਪੀਣ ਵਾਲੀ ਗੱਲ ਹੈ, ਅਤੇ ਇੰਨੀ ਪੋਜ਼ੀਟਿਵਿਟੀ ਕਿਵੇਂ ਰਹਿੰਦੀ? ਦੇਖੋ, ਜਿਸ ਤਰ੍ਹਾਂ ਹੁਣ ਅਸੀਂ ਕੋਈ ਵੀ ਫॉर एग्जांपल ਅੱਜ ਅਸੀਂ ਗੱਲਬਾਤ ਕਰਨ ਵਾਸਤੇ ਬੈਠੇ, ਲੇਕਿਨ ਮੇਰੇ ਕੋਲ ਕੋਈ ਆਪਣਾ ਠਿਕਾਣਾ ਤਾਂ ਹੈ ਨਹੀਂ, ਠੀਕ ਹੈ ਨਾ। ਸੋ ਬੰਦਾ ਸੌਂਦਾ ਕਿੱਥੇ, ਉੱਠਦਾ ਕਿੱਥੇ ਹੈ, ਫਿਰ ਤਿਆਰ ਕਿਤੇ ਹੋਰ ਹੋਣਾ, ਮਤਲਬ ਗੱਲਬਾਤ ਕਰਨ ਵਾਸਤੇ ਇਹ ਸਾਰੇ ਸੰਘਰਸ਼ ਹੈ। ਇਹ ਸਾਨੂੰ ਆਦਤ ਪੈ ਗਈ ਹੈ, ਠੀਕ ਹੈ ਨਾ। ਇਨਸਾਨ ਇਹ ਸਾਡਾ ਸਫ਼ਰ ਹੈ, ਕਾਰਵਾਂ ਹੈ, ਔਰ ਅਸੀਂ ਰੇਗਿਸਤਾਨ ਸੇ ਚਲੀ ਜਾ ਰਹੇ ਕਾਰਵਾਂ ਚੱਲ ਰਿਹਾ, ਜਿੱਥੇ ਸਾਨੂੰ ਲੱਗਦਾ ਓਸਿਸ ਆ ਗਿਆ, ਜਿੱਥੇ ਚਸ਼ਮਾ ਆ ਗਿਆ ਪਾਣੀ ਦਾ, ਉੱਥੇ ਠਹਿਰ ਗਏ ਔਰ ਪਾਣੀ ਪੀਤਾ, ਫਿਰ ਅਗਲੇ ਸਫ਼ਰ 'ਚ ਨਿਕਲ ਗਏ। ਇਹ ਸਾਨੂੰ ਇੱਦਾਂ ਹੀ ਰਹਿਣਾ ਪਏਗਾ। ਜ਼ਿੰਦਗੀ ਇੱਕ ਸਫ਼ਰ ਹੈ, ਹਾਂਜੀ, ਹੈ ਨਾ। ਔਰ ਅਸੀਂ ਉਸ ਸਫ਼ਰ ਵਿੱਚ ਜਿਹੜੇ ਆਦਮੀ ਔਰਤ ਹੈ, ਉਸ ਜਿਹੜਾ ਉਹਨਾਂ ਨੂੰ ਥੋੜ੍ਹੀ ਜਿਹੀ ਖੁਸ਼ੀ ਮਿਲੀ ਹੈ, ਉਸ ਨੂੰ ਲੁਕੋ ਕੇ ਰੱਖਦੇ ਕਿ ਇਹ ਸਾਡੇ ਤੋਂ ਖੋਹ ਨਾ ਹੋ ਜਾਏ। ਉਸ ਨੂੰ ਪ੍ਰੀਜ਼ਰਵ ਕਰਨਾ, ਉਹਨੂੰ ਰੱਖਣ ਵਾਸਤੇ ਉਹ ਹਰ ਇੱਕ ਇਨਸਾਨ ਨਾਲ ਦੁਸ਼ਮਣੀ ਲੈਂਦਾ ਹੈ, ਮਾਰ ਪਿਟਾਈ ਸਾਰੀ ਦੁਨੀਆ 'ਚ। ਹੁਣ ਦੇਖ ਲਓ ਤੁਸੀਂ, ਉਹ ਜਿਹੜੀ ਹਿੰਸਾ ਹੋ ਰਹੀ ਹੈ ਉਹ ਸਿਰਫ ਆਪਣੀ ਖੁਸ਼ੀ ਵਾਸਤੇ ਹੋ ਰਹੀ ਹੈ, ਕੋਈ ਦੂਸਰਿਆਂ ਦੀ ਖੁਸ਼ੀ ਵਾਸਤੇ ਥੋੜ੍ਹੀ ਹੈ ਕਿ ਮੇਰੀ ਖੁਸ਼ੀ ਬਰਕਰਾਰ ਰਹੇ, ਬਾਕੀਆਂ ਦੀ ਖੁਸ਼ੀ ਚਾਹੇ ਉਹ ਕਿਤੇ ਵੀ ਪਹਾੜ 'ਚ ਜਾਵੇ। ਸੋ ਸਾਡਾ ਹਰ ਦਿਨ ਦਾ ਇੱਕ ਸੰਘਰਸ਼ ਹੈ। ਉਹ ਸੰਘਰਸ਼ ਸਾਨੂੰ ਹਿੰਮਤ ਇਸ ਕਰਕੇ ਮਿਲਦੀ ਹੈ ਕਿ ਮੈਂ ਪੜ੍ਹਦੀ ਵੀ ਰਹਿੰਦੀ ਨਾਲ ਕਿਤਾਬਾਂ 'ਚ। ਤੋ ਮੈਨੂੰ ਜਦੋਂ ਲੱਗਦਾ ਕਿ ਮੇਰਾ ਤਾਂ ਸੰਘਰਸ਼ ਕੁਛ ਵੀ ਨਹੀਂ ਹੈ। ਅੱਜ ਮੈਂ ਬਾਹਰ ਨਿਕਲਦੀ ਹਾਂ, ਰੋਜ਼ ਕੋਈ ਨਾ ਕੋਈ ਮੈਨੂੰ ਲੱਗਦਾ ਕੋਈ ਇਨਸਾਨ ਮਿਲਦਾ, ਡਿਫਰੈਂਟਲੀ ਏਬਲ ਮਿਲਦਾ, ਸਪੈਸ਼ਲ ਪਰਸਨ ਮਿਲਦਾ ਕਿ ਉਹਦੇ ਪੈਰ ਨਹੀਂ ਹੈ, ਅਤੇ ਬਟ ਮੈਂ ਤਾਂ ਸਾਰੀ ਚੀਜ਼ਾਂ ਕੈਪੇਬਲ ਹਾਂ, ਹਰ ਚੀਜ਼ ਕਰ ਸਕਦੀ। ਮੈਂ ਕਿਉਂ ਨਹੀਂ ਕਰ ਸਕਦੀ ਹਾਂ? ਕੋਈ ਨਾ ਕੋਈ ਵੀਡੀਓ ਦੇਖਦੀ ਹਾਂ, ਜੋ ਮੋਟੀਵੇਸ਼ਨ ਹੁੰਦੀ ਹੈ। ਹਰ ਇਨਸਾਨ ਦਾ ਆਪਣਾ ਜੀਵਨ ਸੰਘਰਸ਼ ਹੈ। ਔਰ ਜਦੋਂ ਮੈਨੂੰ ਲੱਗਦਾ ਕਿ ਮੈਨੂੰ ਮੋਟੀਵੇਸ਼ਨਲ ਜ਼ਿਆਦਾਤਰ ਮੈਂ ਆਪਣੇ ਆਪ ਨੂੰ ਮਿਲਦਾ, ਆਪਣੇ ਆਪ ਨਾਲ, ਕਿ ਮੈਂ ਜਦੋਂ ਹਿੰਮਤ ਕਰਕੇ, ਜਦੋਂ ਪਹਿਲੇ ਮੈਂ ਸੋਚਿਆ ਕਿ ਦਰਵਾਜ਼ਾ ਜਿੱਦਾਂ ਯੂਨੀਵਰਸਿਟੀ 'ਚ ਐਡਮਿਸ਼ਨ ਲਿੱਤਾ ਹੈ, ਅਤੇ ਪਹਿਲੇ ਲੱਗਦਾ ਯਾਰ ਐਡਮਿਸ਼ਨ ਲਵਾਂਗੀ ਅਤੇ ਪਤਾ ਨਹੀਂ ਕੀ ਪ੍ਰੋਬਲਮ ਸ਼ੁਰੂ ਹੋ ਜਾਏਗੀ। ਲੇਕਿਨ ਮੈਂ ਸਾਰਿਆਂ ਨੂੰ ਪੁੱਛਿਆ ਟਰਾਂਸਜੈਂਡਰ ਨੂੰ ਕਿ ਪੜ੍ਹੋ, ਲੇਕਿਨ ਕੋਈ ਨਹੀਂ ਪੜ੍ਹਿਆ। ਫਿਰ ਕਹਿੰਦਾ ਨੇ ਕਹਾਵਤ ਹੈ ਕਿ ਬੂਹਾ ਤਾਂ ਆਪਣੇ ਆਪ ਹੀ ਖੋਲ੍ਹਣਾ ਪੈਣਾ। ਅਤੇ ਜਦੋਂ ਬੂਹਾ ਖੋਲ੍ਹਿਆ, ਇੱਕ ਹਿੰਮਤ ਕੀਤੀ। ਜਦੋਂ ਹਿੰਮਤ, ਮੈਨੂੰ ਪਤਾ ਸੀ ਕਿ ਮੈਂ ਪਾਸ ਵੀ ਹੋ ਸਕਦੀ, ਫੇਲ ਵੀ ਹੋ ਸਕਦੀ ਹਾਂ, ਲੇਕਿਨ ਮੈਂ ਪਾਸ ਹੋ ਗਈ। ਫਿਰ ਇੱਕ ਹਿੰਮਤ ਮਿਲੀ। ਉਹ ਫਿਰ ਜਦੋਂ ਇੱਕ ਵਾਰੀ ਤੁਸੀਂ ਕਦਮ ਰੱਖ ਦਿਓ ਨਾ, ਫਿਰ ਤੁਸੀਂ ਆਪਣੇ ਆਪ ਹੀ ਨਿਕਲ ਹੀ ਜਾਂਦੇ ਅੱਗੇ।
ਫਿਰ ਕੋਈ ਰੋਕਣ ਵਾਲਾ ਨਹੀਂ ਹੁੰਦਾ। ਇਹ ਫਸਟ ਸਟੈਪ ਹੁੰਦਾ ਜਿਹੜਾ ਬਹੁਤ ਮੁਸ਼ਕਿਲ ਹੁੰਦਾ, ਉਸ ਤੋਂ ਬਾਅਦ ਕੋਈ ਮੁਸ਼ਕਿਲ ਨਹੀਂ ਹੁੰਦਾ। ਮੈਮ ਸਟੱਡੀ ਕੰਪਲੀਟ ਕਰ ਲਈ ਕਿ ਹਜੇ ਵੀ ਚੱਲ ਰਹੀ ਹੈ? ਸਟੱਡੀ ਮੇਰੇ ਇਨਸਾਨ ਦੀ ਸਟੱਡੀ ਕਦੀ ਕੰਪਲੀਟ ਨਹੀਂ ਹੁੰਦੀ ਬੇਸ਼ੱਕ ਯੂਨੀਵਰਸਿਟੀ ਨਾ ਜਾਏ ਕੋਈ, ਬਟ ਸੈਲਫ ਸਟੱਡੀ ਇਜ਼ ਮੋਰ ਇੰਪॉर्टेंट है ना। मेरे रूम 'ਚ ਜਾਓਗੇ ਤਾਂ ਮਤਲਬ ਬਾਕੀ ਚੀਜ਼ਾਂ ਤੋਂ ਜ਼ਿਆਦਾ ਮੇਰੇ ਰੂਮ 'ਚ ਕਿਤਾਬਾਂ ਪਈਆਂ। ਸੋ ਮੈਨੂੰ ਕਿਤਾਬ ਨਾਲ ਜ਼ਿਆਦਾ ਪਿਆਰ ਹੈ, ਚਾਹੇ ਯੂਨੀਵਰਸਿਟੀ ਦੀ ਡਿਗਰੀ ਮਿਲੇ ਨਾ ਮਿਲੇ ਕੋਈ ਫਰਕ ਨਹੀਂ ਪੈਂਦਾ, ਮੇਰੀ ਉਹ ਕਿਤਾਬਾਂ ਹੀ ਡਿਗਰੀਆਂ, ਠੀਕ ਹੈ। ਉਹਨਾਂ ਨੂੰ ਪੜ੍ਹ ਕੇ ਮੈਂ ਅੱਗੇ ਫਿਰ ਔਰ ਸਾਡਾ ਬੇਸਿਕ ਮਕਸਦ ਕੀ ਹੈ, ਜਦੋਂ ਤੁਸੀਂ ਹਰ ਇਨਸਾਨ ਦੁਨੀਆ 'ਚ ਦੇਖਦੇ ਹੋ ਉਹ ਸਟੱਡੀ ਕਰਕੇ ਕਰਦੇ ਕੀ ਹੈ, ਕੁਛ ਨਹੀਂ ਕਰਦੇ, ਨੌਕਰੀ ਕਰਦੇ, ਬੱਚੇ ਪਾਲਦੇ, ਪਰ ਮਰ ਜਾਂਦੇ ਬਾਅਦ 'ਚ। ਸਟੱਡੀ ਨਾਲ ਉਹਨਾਂ ਕੋਈ ਬੈਨੀਫਿਟ ਤਾਂ ਦੁਨੀਆ ਨੂੰ ਦਿੰਦੇ ਨਹੀਂ। ਉਹ ਸਰਕਾਰੀ ਨੌਕਰੀਆਂ ਅਸੀਂ ਹਰ ਸਰਕਾਰ ਨੂੰ ਕੋਸਦੇ ਹਾਂ, ਸਰਕਾਰੀ ਤੰਤਰ ਨੂੰ ਕੋਸਦੇ, ਲੇਕਿਨ ਅਸੀਂ ਨੌਕਰੀ ਸਰਕਾਰ ਦੀ ਕਰਦੇ ਹਾਂ। ਸਰਕਾਰ ਦੀ ਨੌਕਰੀ ਚਾਹੁੰਦੇ ਅਸੀਂ ਤੇ ਔਰ ਸਰਵਿਸ ਅਸੀਂ ਪ੍ਰਾਈਵੇਟ ਚਾਹੁੰਦੇ ਹਾਂ। ਤੇ ਮੈਂ ਚਾਹੁੰਦੀ ਕਿ ਵੀ ਮੈਂ ਜਿਸ ਪੜ੍ਹਦੀ ਹਾਂ ਉਹ ਜਿਹੜਾ ਪੜ੍ਹਾਈ ਮੇਰੀ ਐਮਪੈਥੈਟਿਕਲ ਹੋਵੇ। ਮਤਲਬ ਸੋਸ਼ਲ ਵਰਕ 'ਚ ਜਦੋਂ ਮੈਂ ਸੋਸ਼ਲ ਵਰਕ 'ਚ MA ਕੀਤੀ ਤਾਂ ਉੱਥੇ ਵੀ ਇਹੀ ਸਿਖਾਇਆ ਗਿਆ ਕਿ ਦੇਖੋ ਸਾਨੂੰ ਜਿਹੜੀ ਸਾਡੀ ਸਟੱਡੀ ਹੋਣੀ ਚਾਹੀਦੀ ਹੈ ਉਹ ਐਮਪੈਥੈਟਿਕਲ ਹੋਣੀ ਚਾਹੀਦੀ ਹੈ, ਨਾਟ ਸਿੰਪੈਥੀ। ਐਮਪੈਥੈਟਿਕਲ ਅਪਰੋਚ ਹੁੰਦਾ ਕਿ ਅਸੀਂ ਦੂਸਰੇ ਦੇ ਸ਼ੂਜ਼ 'ਚ ਪੈਰ ਪਾ ਕੇ ਦੇਖਦੇ ਹਾਂ ਕਿ ਦੂਸਰੇ ਨੂੰ ਕਿੰਨਾ ਦਰਦ ਹੋ ਰਿਹਾ। ਤੁਸੀਂ ਮੇਰਾ ਸ਼ੂਜ਼ ਪਾਓਗੇ ਤੁਹਾਨੂੰ ਕੰਫਰਟੇਬਲ ਫੀਲ ਨਹੀਂ ਹੋਏਗਾ, ਤੁਹਾਨੂੰ ਫੀਲ ਹੋਗਾ ਕਿ ਯਾਰ ਨਹੀਂ ਮੈਨੂੰ ਕੁਝ ਚੁੱਭ ਰਿਹਾ ਹੈ ਜਾਂ ਮੇਰਾ ਛੋਟਾ ਹੈ, ਇਹ ਸ਼ੂਜ਼ ਛੋਟਾ ਹੈ। ਸੋ ਇਹ ਚੀਜ਼ਾਂ ਤੁਹਾਨੂੰ ਤਾਂ ਮਹਿਸੂਸ ਹੁੰਦੀਆਂ। ਹੁਣ ਤੁਹਾਨੂੰ ਮਹਿਸੂਸ ਨਹੀਂ ਹੋਏਗਾ ਕਿ ਮੇਰੇ ਜੈਂਡਰ ਨਾਲ ਕਿੰਨੀ ਮੈਨੂੰ ਪ੍ਰੋਬਲਮ ਹੋ ਰਹੀਆਂ। ਇੱਕ ਜੈਂਡਰ ਚੇਂਜ ਕਰਨ ਨਾਲ ਕਿੰਨਾ ਸਾਰਾ ਬਦਲ ਗਿਆ। ਜਦ ਤੱਕ ਮੈਂ ਐਜ਼ ਅ ਮੇਲ ਪ੍ਰਟੈਂਡ ਕਰਦੀ ਸੀ, ਕੋਸ਼ਿਸ਼ ਕਰਦੀ ਮੇਲ ਬਣ ਕੇ ਦੁਨੀਆ 'ਚ ਰਹੇ, ਤਦ ਤੱਕ ਪ੍ਰੋਬਲਮ ਸੀਗੀਆਂ, ਲੇਕਿਨ ਉਹ ਪ੍ਰੋਬਲਮਸ ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰਦੀ ਸੀਗੀ। ਸ਼ੇਅਰ ਕਰਨ ਤੋਂ ਮੁਸ਼ਕਿਲ ਹੁੰਦਾ ਕਿ ਵੀ ਜੇ ਮੈਂ ਸ਼ੇਅਰ ਕਰਾਂ ਤਾਂ ਮੇਰੀ ਇਨਸਲਟ ਹੋਏਗੀ, ਮੇਰੀ ਫੈਮਿਲੀ ਦੀ ਇਨਸਲਟ ਹੋਏਗੀ, ਲੇਕਿਨ ਉਹ ਇਨਸਲਟ ਦੂਸਰਿਆਂ ਦੀ ਸੀ। ਆਪਣੀ ਇਨਸਲਟ ਜਿਹੜੀ ਹੋ ਰਹੀ ਸੀ ਉਹਦੀ ਕੋਈ ਵੈਲਿਊ ਨਹੀਂ ਸੀ। ਮੇਰੇ ਨਾਲ ਦਿਨ ਰਾਤ ਕੋਈ ਜਿਹੜਾ ਇਨਸਲਟ ਹੋ ਰਹੀ ਸੀ, ਬੇਇੱਜ਼ਤੀ ਹੋ ਰਹੀ ਸੀ, ਉਹਨੂੰ ਦੁਨੀਆ ਨਾਲ, ਮੇਰੀ ਫੈਮਿਲੀ ਨਾਲ ਕੋਈ ਮਤਲਬ ਸੀ। ਮੈਨੂੰ ਹਮੇਸ਼ਾ ਰਹਿੰਦਾ ਮੇਰੀ ਫੈਮਿਲੀ ਦੇ ਕੋਈ ਇਨਸਲਟ ਨਾ ਹੋਵੇ। ਲੇਕਿਨ ਜਦੋਂ ਮੈਂ ਛੱਡ ਕੇ ਨਹੀਂ ਦੂਸਰੇ ਦੀ ਪਰਵਾਹ ਕਰਨਾ ਛੱਡੋ, ਪਹਿਲੇ ਆਪਣਾ, ਜਦ ਮੇਰੇ ਜੇਬ 'ਚ ਪੈਸੇ ਹੋਣਗੇ ਤਾਂ ਹੀ ਤਾਂ ਮੈਂ ਕਿਸੇ ਨੂੰ ਦਾਨ ਕਰਾਂਗੇ, ਦੂਸਰੇ ਦੇ ਸੋਸ਼ਲ ਵਰਕ ਕਰਾਂਗੇ। ਜਦ ਆਪਣੀ ਜੇਬ 'ਚ ਕੁਝ ਨਹੀਂ ਹੈ ਤਾਂ ਮੈਂ ਦੂਸਰਿਆਂ ਦੀ ਕੀ ਹੈਲਪ ਕਰ ਸਕਦੀ ਹਾਂ। ਸੋ ਇਹ ਜਿਹੜੀ ਮੋਟੀਵੇਸ਼ਨਲ ਹੈ ਇਹ ਸਭ ਖੁਦ ਅੰਦਰੋਂ ਆਉਂਦਾ। ਔਰ ਜਦੋਂ ਤੁਹਾਨੂੰ ਲੱਗਦਾ ਕਿ ਨਹੀਂ, ਔਰ ਮੋਟੀਵੇਸ਼ਨਲ ਵੀ ਤਾਂ ਵੀ ਇਸ ਕਰਕੇ ਵੀ ਆਉਂਦਾ ਤੁਸੀਂ ਪੜ੍ਹੇ ਲਿਖੇ ਹੋ। ਜਦੋਂ ਪੜ੍ਹਾਈ ਤੁਹਾਡੇ ਹੱਥ 'ਚ ਹੈ, ਫੁੱਲੀ ਤੁਸੀਂ ਆਪਣੀ ਆਇਡੈਂਟੀਟੀ 'ਚ ਆ ਗਏ ਹੋ। ਸੁਪਰੀਮ ਕੋਰਟ ਦਾ ਵੀ ਹਵਾਲਾ ਹੈ, ਪਾਰਲੀਮੈਂਟ 'ਚ ਬਿੱਲ ਪਾਸ ਹੋ ਗਿਆ। ਸੋ ਨਾਓ ਯੂ ਕੈਨ ਫਾਈਟ ਫॉर योर ਰਾਈਟਸ। ਤੁਹਾਡੇ ਕੋਲ ਸਾਰੀ ਨੌਲੇਜ ਹੈ। ਮੈਂ ਹਿਊਮਨ ਰਾਈਟਸ MA ਕੀਤੀ, ਮੈਨੂੰ ਪਤਾ ਮੇਰੇ ਹਕੂਕ ਕੀ ਹੈ, ਮੇਰੇ ਅਧਿਕਾਰ ਕੀ ਹੈ, ਮੇਰੇ ਫੰਡਾਮੈਂਟਲ ਰਾਈਟਸ ਕੀ ਹੈ। ਅਗਰ ਕੋਈ ਸ਼ਾਊਟ ਕਰਦਾ ਹੈ, ਕੋਈ ਮੈਨੂੰ ਪੁਲਿਸ ਵਾਲਾ ਦਬਾਉਣ ਦੀ ਕੋਸ਼ਿਸ਼ ਕਰਦਾ, ਨਾਓ ਆਈ ਕੈਨ ਸੇ ਦਿਸ ਇਜ਼ ਮਾਈ ਰਾਈਟ। ਆਰਟੀਕਲ 19, ਆਰਟੀਕਲ 21 ਇਹ ਸਾਰੇ ਮੈਨੂੰ ਅਧਿਕਾਰ ਦਿੰਦੇ ਹਨ। ਸੋ ਬਿਕੋਜ਼ ਮੈਂ ਪੜ੍ਹੀ ਲਿਖੀ ਹਾਂ ਤਾਂ ਹੀ ਮੈਂ ਅਗਰ ਕੋਈ ਮੈਨੂੰ ਦਬਕਾ ਮਾਰੇ ਤਾਂ ਮੈਂ ਚੁੱਪਚਾਪ ਉੱਥੋਂ ਨਿਕਲ ਜਾਊਂਗੀ। ਅੱਜ ਸਾਰੀ ਦੁਨੀਆ 'ਚ ਸਾਮੰਤਵਾਦ ਖਤਮ ਹੋ ਗਿਆ, ਠੀਕ ਹੈ। ਕੋਈ ਕਿਸੇ ਦਾ ਅੰਡਰ ਕੰਮ ਨਹੀਂ ਕਰਨਾ ਚਾਹੁੰਦਾ। ਜੇ ਕਰੇਗਾ ਵੀ ਤਾਂ ਆਪਣੇ ਅਧਿਕਾਰਾਂ ਨਾਲ, ਉਹਦੇ ਆਪਣੇ ਜੌਬ ਪਲੇਸ 'ਚ ਉਹਦਾ ਅਧਿਕਾਰ ਹੋਗਾ। ਫੀਮੇਲਸ ਦੇ ਆਪਣੇ ਅਧਿਕਾਰ ਹੈ, ਟਰਾਂਸ ਦੇ ਹਜੇ ਅਧਿਕਾਰ ਕੋਈ ਹੈ ਨਹੀਂ ਇਸ ਸੱਚ ਕਾਇੰਡ, ਮਤਲਬ ਜਿਸ ਤਰ੍ਹਾਂ ਫੀਮੇਲਸ ਦੇ ਹੈ। ਬਟ ਅਸੀਂ ਸਟਰਗਲ ਕਰ ਰਹੇ ਕਿ ਜੌਬ ਪਲੇਸਿਸ, ਜੇ ਤੁਸੀਂ ਕਹਿ ਰਹੇ ਸਾਨੂੰ ਜੌਬ ਦੇਣਾ ਚਾਹੁੰਦੇ ਹੋ, ਲੇਕਿਨ ਜੌਬਸ ਦੇ ਜਿਹੜੇ ਪਲੇਸਿਸ ਆ ਉੱਥੇ ਸਾਡੇ ਕੀ ਰਾਈਟਸ ਹੋਣਗੇ। ਸਾਡੇ ਨੇ ਕੋਈ ਬੁਲਿੰਗ, ਹੈਰੈਸਮੈਂਟ, ਜਿਸ ਤਰ੍ਹਾਂ ਵੂਮੈਨਸ ਵਾਸਤੇ ਰਾਈਟਸ ਬਣੇ ਹੈ, ਉੱਥੇ ਕੋਈ ਬੁਲਿੰਗ ਕਰਦਾ, ਹੈਰੈਸਮੈਂਟ ਕਰਦਾ, ਅਤੇ ਐਂਟੀ ਡਿਸਕ੍ਰਿਮੀਨੇਸ਼ਨ, ਐਂਟੀ ਬੁਲਿੰਗ, ਇੱਦਾਂ ਦੀ ਈਵ ਟੀਜ਼ਿੰਗ ਪੋਲਿਸੀਜ਼ ਹੈ। ਬਟ ਟਰਾਂਸਜੈਂਡਰ ਵਾਸਤੇ ਕੁਛ ਨਹੀਂ ਹੈ। ਸੋ ਇਹ ਚੀਜ਼ਾਂ ਹੈ ਸਾਨੂੰ ਹੋਰ ਮੋਟੀਵੇਟ ਕਰਦੀਆਂ। ਸੋ ਮੈਮ ਅੱਜ ਕੱਲ੍ਹ ਕੀ ਪੜ੍ਹ ਰਹੇ ਹੋ? ਅੱਜ ਕੱਲ੍ਹ ਮੈਨੂੰ ਜ਼ਿਆਦਾਤਰ ਹਿਸਟਰੀ ਜ਼ਿਆਦਾ ਇੰਟਰਸਟ ਹੈ। ਅਤੇ ਹਿਸਟਰੀ ਵਿੱਚ ਮੈਂ ਖਵਾਜਾ ਸਰਾ ਲੋਕਾਂ ਦੀ, ਜਿਹੜੇ ਖਵਾਜਾ ਸਰਾ ਕਿੰਨਰਾਂ ਨੂੰ ਕਿਹਾ ਜਾਂਦਾ ਹੈ, ਪਾਕਿਸਤਾਨ 'ਚ ਖਵਾਜਾ ਸਰਾ ਕਹਿੰਦੇ ਹੈ। ਅਤੇ ਖਵਾਜਾ ਸਰਾ ਦਾ ਹੀ ਸ਼ਾਰਟ ਖੁਸਰਾ ਹੈ। ਖਾ ਔਰ ਸਰਾ ਜਿਹੜਾ ਹੈਗਾ ਉਹਨੂੰ ਸ਼ਾਰਟ 'ਚ ਇੰਡੀਆ 'ਚ ਲਹਿੰਦਾ ਚੜ੍ਹਦੇ ਪੰਜਾਬ 'ਚ ਖੁਸਰਾ ਕਹਿੰਦੇ ਆ, ਅਤੇ ਜਿਹੜਾ ਲਹਿੰਦਾ ਪੰਜਾਬ ਸੀ ਉੱਥੇ ਖਵਾਜਾ ਸਰਾ ਕਹਿੰਦੇ ਆ। ਸੋ ਖਵਾਜਾ ਸਰਾਵਾਂ ਦੀ ਜਿਹੜੀ ਹਿਸਟਰੀ, ਰਾਜਸਥਾਨ ਮੇਰੇ ਕੋਲ ਬੁੱਕ ਹੈ, ਮੁਖੰਨਸ ਵੀ ਕਿਹਾ ਜਾਂਦਾ, ਅਤੇ ਕਾਫੀ ਤਰ੍ਹਾਂ ਦੇ ਨਾਮਾਂ 'ਚ ਨਾਜ਼ਰ ਵੀ ਕਿਹਾ, ਜਿਹੜੇ ਰਾਜਸਥਾਨ 'ਚ ਨਾਜ਼ਰ ਕਿਹਾ ਜਾਂਦਾ ਸੀ, ਨਾਜ਼ਰ। ਸੋ ਉਹਨਾਂ ਦੀ ਹਿਸਟਰੀ ਪੜ੍ਹ ਰਹੀ ਅੱਜ ਕੱਲ੍ਹ। ਮੈਂ 50 ਸਾਲ ਦਾ ਸਫ਼ਰ ਗੁਜ਼ਰ ਗਿਆ,
ਤੇ ਜਦੋਂ ਸਟਾਰਟਿੰਗ ਹੋਈ ਸੀਗੀ ਮੈਂ ਸੁਣਿਆ ਸੀਗਾ ਤੁਹਾਡੇ ਟਾਕ ਦੇ ਵਿੱਚ ਜੀ ਕਿ ਤੁਸੀਂ ਜਦੋਂ ਸਟਾਰਟਿੰਗ ਦੇ ਵਿੱਚ ਸੀਗੇ ਤਾਂ ਤੁਹਾਨੂੰ ਖੁਦ ਨੂੰ ਰਿਅਲਾਈਜ਼ ਹੋਇਆ ਕਿ ਵੀ ਨਹੀਂ ਵੀ ਮੈਂ ਇਸ ਤਰ੍ਹਾਂ ਜੀਣਾ ਹੈ, ਵੀ ਮੇਰੀ ਅਸਲੀਅਤ ਉਹ ਨਹੀਂ ਹੈ। ਜੀ ਤੇ ਫਿਰ ਉਦੋਂ ਕਿੱਦਾਂ ਆਪਣੇ ਆਪ ਨੂੰ ਤੁਸੀਂ ਸੰਭਾਲਿਆ ਵੀ ਹਾਂ ਵੀ ਮੈਂ ਇੱਦਾਂ ਹੀ ਰਹਿਣਾ, ਕਿਉਂਕਿ ਫੈਮਿਲੀ ਵੱਲੋਂ ਤੁਸੀਂ ਦੱਸਿਆ ਵੀ ਹੌਲੀ ਹੌਲੀ ਵੀ ਮੈਨੂੰ ਕਹਿ ਰਹੇ ਸੀ ਕਿ ਨਹੀਂ ਵੀ ਤੂੰ ਇੱਕ ਤਰ੍ਹਾਂ ਨਾਰਮਲ ਮੈਨ ਦੀ ਤਰ੍ਹਾਂ ਜੀ, ਹਾਂਜੀ ਤੇ ਫਿਰ ਉੱਥੇ ਕਿਵੇਂ ਕਿੱਦਾਂ ਸੰਘਰਸ਼ ਰਿਹਾ ਵੀ ਨਹੀਂ, ਕਿਉਂਕਿ ਸਕੂਲ ਦੇ ਵਿੱਚ ਤੁਸੀਂ ਦੱਸਿਆ ਕਿ ਮੇਰੇ ਨਾਲ ਹਰਾਸਮੈਂਟਸ ਹੁੰਦੀਆਂ ਸੀਗੀਆਂ, ਮੈਂ ਵਾਸ਼ਰੂਮ ਨਹੀਂ ਡਿਸਾਈਡ ਕਰ ਪਾਉਂਦੇ ਸੀ ਵੀ ਕਿੱਥੇ ਜਾਣਾ ਹੈ, ਛੁਪ ਛੁਪ ਕੇ ਜਾਣਾ, ਫਿਰ ਇਹ ਕਿੱਦਾਂ ਇੱਧਰੋਂ ਨਿਕਲੇ? ਦੇਖੋ ਜਿਹੜਾ ਜੀਵਨ ਹੁੰਦਾ ਉਹ ਜੀਵਨ ਤੁਸੀਂ ਕਿਸੇ ਤਰ੍ਹਾਂ ਵੀ ਜੀ ਸਕਦੇ ਹੋ। ਆਦਮੀ ਹੋ ਕੇ ਜੀਣਾ ਔਰ ਆਦਮੀ ਦੇ ਸਰੀਰ 'ਚ ਔਰਤ, ਇੱਕ ਆਦਮੀ ਦੇ ਸਰੀਰ 'ਚ ਹੈ, ਸਾਡਾ ਬਾਇਓਲੋਜੀਕਲ ਸੈਕਸ ਔਰ ਸਾਈਕੋਲੋਜੀਕਲ ਸੈਕਸ ਅਗਰ ਮਿਸਮੈਚ ਹੈ, ਸਪੋਜ਼ ਫॉर एग्जांपल ਕੰਪਿਊਟਰ ਹੈ, ਤੁਹਾਡਾ ਫੋਨ ਹੈ, ਉਹਦੇ ਵਿੱਚ ਸੌਫਟਵੇਅਰ ਹੈ, ਅਗਰ ਸੌਫਟਵੇਅਰ ਖਰਾਬ ਹੋ ਜਾਏ ਤੇ ਹਾਰਡਵੇਅਰ ਨਾਲ ਤਾਂ ਫੋਨ ਨਹੀਂ ਚੱਲਦਾ। ਤੇ ਇਸੇ ਤਰ੍ਹਾਂ ਸਾਡਾ ਸੌਫਟਵੇਅਰ ਹੈ ਜਿਹੜਾ ਬ੍ਰੇਨ ਹੈ, ਅਗਰ ਸਾਡਾ ਸਾਈਕੋਲੋਜੀਕਲ ਸੈਕਸ ਬਾਇਓਲੋਜੀਕਲ ਸੈਕਸ ਨਾਲ ਮਿਸਮੈਚ ਹੈ ਜਾਂ ਮੈਚ ਨਹੀਂ ਕਰਦਾ ਹੈ ਤੇ ਉਹ ਫਿਰ ਜਿਹੜੀ ਬਾਡੀ ਹੈ ਉਹ ਰਿਐਕਟ ਨਹੀਂ ਕਰਦੀ ਬ੍ਰੇਨ ਨਾਲ। ਬ੍ਰੇਨ ਜਿਹੜਾ ਕਮਾਂਡ ਦਿੰਦਾ ਉਹ ਬਾਡੀ ਰਿਐਕਟ ਨਹੀਂ ਕਰਦੀ ਹੈ, ਜਾਂ ਬਾਡੀ ਉਸ ਤਰ੍ਹਾਂ ਦੀ ਚੀਜ਼ਾਂ ਹਰਕਤਾਂ ਨਹੀਂ ਕਰਦੀ ਜਿਹੜਾ ਬ੍ਰੇਨ ਉਹਨੂੰ ਨਿਰਦੇਸ਼ ਦੇ ਰਿਹਾ। ਸਪੋਜ਼ ਮੇਰਾ ਅਟਰੈਕਸ਼ਨ ਫॉर एग्जांपल ਅਟਰੈਕਸ਼ਨ ਮੇਲ ਵੱਲ ਹੈ ਐਂਡ ਆਈਡੈਂਟੀਫਾਈ ਫੀਮੇਲ, ਅੰਦਰ ਮੈਨੂੰ ਮਹਿਸੂਸ ਹੁੰਦਾ ਮੈਂ ਔਰਤ ਹਾਂ ਔਰ ਔਰਤ ਕਰਕੇ ਮੈਨੂੰ ਆਦਮੀ ਨਾਲ ਆਕਰਸ਼ਣ ਹੋ ਰਿਹਾ, ਬਟ ਦੁਨੀਆ ਵਾਲਿਆਂ ਨੂੰ ਪਤਾ ਨਹੀਂ ਚੱਲ ਰਿਹਾ। ਮੈਨੂੰ ਖੁਦ ਨੂੰ ਲੱਗਦਾ ਕਿ ਮੇਰਾ ਬਾਡੀ ਤਾਂ ਅਲੱਗ ਹੈ, ਮੇਰਾ ਬ੍ਰੇਨ ਅਲੱਗ ਹੈ। ਖੁਦ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਵੀ ਇਹ ਹੁੰਦਾ ਕਿਉਂ ਹੈ, ਕਿਉਂ ਹੋ ਰਿਹਾ। ਸਮਾਜ ਵਿੱਚ ਇਸ ਦੀ ਜਾਣਕਾਰੀ ਕਿਸੇ ਨੂੰ ਦਿੱਤੀ ਨਹੀਂ ਗਈ, ਨਾ ਹੀ ਕੋਈ ਸਾਡੀ ਐਜੂਕੇਸ਼ਨ ਪਾਲਿਸੀ 'ਚ ਇੱਦਾਂ ਦੀ ਸੈਕਸ ਐਜੂਕੇਸ਼ਨ 'ਚ ਜੈਂਡਰ ਦੇ ਬਾਰੇ ਪੜ੍ਹਾਇਆ ਜਾਂਦਾ, ਕੁਝ ਨਹੀਂ ਪੜ੍ਹਾਇਆ ਜਾਂਦਾ। ਮੈਂ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਕਨਫਿਊਜ਼ਨ 'ਚ ਰਹੀ ਕਿ ਮੈਂ ਆਪਣੇ ਆਪ ਨੂੰ ਔਰਤ ਤਾਂ ਮੰਨਦੀ ਹਾਂ ਲੇਕਿਨ ਮੈਂ ਔਰਤ ਵਰਗੀ ਤਾਂ ਹੈ ਨਹੀਂ, ਔਰ ਸਮਾਜ ਉਸ ਨੂੰ ਐਕਸੈਪਟ ਨਹੀਂ ਕਰ ਰਿਹਾ। ਫॉर दैट ਮੈਂ ਇੰਨੇ ਸਾਰੀ ਚੀਜ਼ਾਂ, ਔਰ ਮੇਰੇ ਸਾਹਮਣੇ ਦੋ ਰਾਸਤੇ ਸੀਗੇ, ਜਾਂ ਮੈਂ ਘਰੋਂ ਭੱਜ ਜਾਵਾਂ, ਸੁਸਾਈਡ ਕਰ ਲਵਾਂ, ਜਾਂ ਫਿਰ ਹਿਜੜਿਆਂ 'ਚ ਚਲੇ ਜਾਵਾਂ। ਤੇ ਅਗਰ ਮੈਂ ਉਸ ਟਾਈਮ 90s ਵਿੱਚ ਅਗਰ ਮੈਂ ਆਪਣੇ ਆਪ ਨੂੰ ਆਊਟ ਕਰਨ ਦੀ ਔਰਤ ਬਣ ਜਾਂਦੀ, ਫਿਰ ਮੈਨੂੰ ਘਰੋਂ ਕੱਢਿਆ ਜਾਂਦਾ ਔਰ ਮੇਰੇ ਕੋਲ ਕੋਈ ਹੋਰ ਸਾਧਨ ਨਹੀਂ ਹੁੰਦਾ, ਫਿਰ ਮੈਂ ਹਿਜੜਿਆਂ ਚਲੇ ਜਾਣਾ ਸੀਗਾ। ਅੱਜ ਮੈਂ ਜੋ ਯੂਨੀਵਰਸਿਟੀ ਤੱਕ ਲੈਵਲ ਤੱਕ ਪਹੁੰਚੀ ਹਾਂ ਜਾਂ ਜੋ ਵੀ ਸਟੱਡੀ ਕਰੀ, ਉਹ ਫਿਰ ਸੰਭਵ ਨਹੀਂ ਸੀਗਾ, ਪੋਸੀਬਲ ਨਹੀਂ ਸੀਗਾ। ਅੱਜ ਪੋਸੀਬਲ ਇਸ ਕਰਕੇ ਹੋਇਆ ਕਿ ਮੈਂ ਆਪਣੇ ਆਪ ਨੂੰ ਦਬਾਇਆ ਸੀਗਾ, ਆਪਣੇ ਆਪ ਨੂੰ ਕੋਸ਼ਿਸ਼ ਕੀਤੀ ਮੈਂ ਆਪਣੇ ਆਪ ਨੂੰ ਦਬਾ ਕੇ ਰੱਖਾਂ, ਆਪਣੀ ਆਇਡੈਂਟੀਟੀ ਨੂੰ ਡਿਸਕਲੋਜ਼ ਨਾ ਕਰਾਂ। ਜੇ ਮੈਂ ਡਿਸਕਲੋਜ਼ ਕਰਦੀ ਹਾਂ ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਰਿਹਾ ਭੀਖ ਮੰਗਣ ਤੋਂ ਇਲਾਵਾ, ਔਰ ਜਾਂ ਸੈਕਸ ਵਰਕ। ਸੋ ਮੈਂ ਦੋਨੋਂ ਨੂੰ ਅਵੋਇਡ ਕਰਨਾ ਚਾਹੁੰਦੀ ਕਿ ਨਹੀਂ, ਮੈਂ ਸੈਕਸ ਵਰਕ ਵੀ ਨਹੀਂ ਕਰਨਾ, ਨਾ ਹੀ ਮੈਂ ਭੀਖ ਮੰਗਣੀ ਹੈ। ਮੈਂ ਤਾਲੀ ਨਹੀਂ ਵਜਾਣੀ, ਤਾਲੀ ਵਜਵਾਣੀ ਹੈ। ਸੋ ਇਹ ਲੰਬਾ ਸੰਘਰਸ਼ ਰਿਹਾ। ਔਰ ਜਦੋਂ ਉਸ ਔਰਤ ਨੂੰ ਮੈਨੂੰ ਲੱਗਿਆ ਕਿ ਔਰਤ ਨੂੰ ਮੈਂ ਬਾਹਰ ਕੱਢਣਾ ਹੈ ਕਿਵੇਂ, ਕਿਸੇ ਵੀ ਤਰ੍ਹਾਂ, ਉਸ ਦੇ ਵਾਸਤੇ ਫਿਰ ਜੁਡੀਸ਼ਰੀ 'ਚ ਮਤਲਬ ਲੀਗਲ ਪੁਆਇੰਟ ਤੋਂ ਮੈਂ ਫਿਰ ਸੰਘਰਸ਼ ਕਰਨਾ ਸ਼ੁਰੂ ਕੀਤਾ। ਔਰ ਫਿਰ ਇੰਡੀਆ ਦੇ ਸਿਰਫ ਇਕੱਲੀ ਮੈਂ ਨਹੀਂ ਕਿ ਮੈਂ ਹੀ ਪੂਰੀ ਟਰਾਂਸਜੈਂਡਰ ਦੁਨੀਆ 'ਚ ਹਜ਼ਾਰਾਂ ਲੱਖੋਂ ਲੋਕ, 2% ਪੋਪੂਲੇਸ਼ਨ, ਪੂਰੀ ਪੋਪੂਲੇਸ਼ਨ ਹੈ ਟਰਾਂਸਜੈਂਡਰ ਦੀ। ਤੇ ਅਸੀਂ ਦਿੱਲੀ 'ਚ ਇਕੱਠਾ ਹੋਏ 2012 'ਚ, ਅਸੀਂ ਇੱਕ PIL ਤਿਆਰ ਕੀਤੀ, ਨਾਲਸਾ ਵਰਸਸ ਯੂਨੀਅਨ ਆਫ ਇੰਡੀਆ, ਜਿਹੜੀ ਸੁਪਰੀਮ ਕੋਰਟ 'ਚ ਅਸੀਂ ਦਾਇਰ ਕੀਤੀ। ਫਿਰ 2014 'ਚ ਉਹਦਾ ਡਿਸੀਜ਼ਨ ਆਇਆ, ਸਾਨੂੰ ਟਰਾਂਸਜੈਂਡਰ ਦੀ ਇੱਕ ਆਇਡੈਂਟੀਟੀ ਮਿਲੀ। ਉਸ ਤੋਂ ਬਾਅਦ ਫਿਰ ਮੈਨੂੰ ਲੱਗਾ ਕਿ ਨਹੀਂ, ਹੁਣ ਸਾਡੇ ਨਾਲ ਲਾਅ ਵੀ ਹੈਗਾ ਔਰ ਮੈਂ ਆਊਟ ਹੋ ਸਕਦੀ ਹਾਂ। ਅਦਰਵਾਈਜ਼ ਜੇ ਲਾਅ ਨਾ ਹੁੰਦਾ ਜਾਂ ਕੋਈ ਸਪੋਰਟ ਸਿਸਟਮ ਨਾ ਹੁੰਦਾ ਤਾਂ ਆਈ ਨੈਵਰ ਕੇਮ ਆਊਟ, ਮੈਂ ਉਸੇ ਤਰ੍ਹਾਂ ਰਹਿੰਦੀ। ਮੈਮ ਤੁਸੀਂ ਜਿੱਦਾਂ ਹੁਣ ਦਿੱਲੀ ਸਾਰੇ ਇਕੱਠੇ ਹੋਏ, ਤੁਸੀਂ PIL ਪਾਈ, ਤੇ ਤੁਸੀਂ ਇੱਕ ਸਾਈਡ ਦੱਸਿਆ ਵੀ ਆਪਣੇ ਟਾਕ ਦੇ ਵਿੱਚ ਕਿ ਮੈਂ ਡਰਦੀ ਸੀ ਕਿਤੇ ਮੈਨੂੰ ਸਾਰੇ ਲੈ ਨਾ ਜਾਣ ਟਰਾਂਸਜੈਂਡਰ, ਮੈਂ ਡਰਦੀ ਸੀ ਕਿਤੇ ਮੈਨੂੰ, ਫਿਰ ਮੈਂ ਇਸ ਲਈ ਹੌਲੀ ਹੌਲੀ ਆਪਣੇ ਆਪ ਨੂੰ ਲੁਕੋ ਕੇ ਰੱਖਿਆ ਤੇ ਫਿਰ ਮੈਂ ਸਟੱਡੀਜ਼ ਕੰਪਲੀਟ ਕੀਤੀਆਂ। ਤੇ ਮੈਂ ਜਦੋਂ ਅਸੀਂ PIL ਪਾਈ, ਕਿਆ ਤੁਹਾਨੂੰ ਉਦੋਂ ਕਿਸੇ ਨੇ ਕਿਹਾ ਨਹੀਂ ਵੀ ਯਾਰ ਕੀ ਲੋੜ ਹੈ ਛੱਡ? ਨਹੀਂ, ਇੱਦਾਂ ਦੀ ਹੋਈ ਨਹੀਂ ਵੀ ਆਪਾਂ ਨੂੰ ਨਹੀਂ ਐਕਸੈਪਟੈਂਸ ਮਿਲਣੀ, ਤੂੰ ਕਿੱਧਰ ਗਲਤ ਰਸਤੇ ਪੈ ਗਿਆ, ਇਹ ਇੱਦਾਂ ਹੀ ਹੈ, ਇੱਥੇ ਇੱਦਾਂ ਹੀ ਚੱਲਦਾ ਹੈ? ਦੇਖੋ ਉਸ ਟਾਈਮ ਤੱਕ ਮੈਂ ਆਪਣੀ ਆਇਡੈਂਟੀਟੀ ਡਿਸਕਲੋਜ਼ ਤਾਂ ਕੀਤੀ ਨਹੀਂ ਸੀਗੀ। ਹਾਂਜੀ, ਮੈਂ ਪੈਂਟ ਸ਼ਰਟ 'ਚ ਹੀ ਸੀਗੀ ਉਸ ਟਾਈਮ, ਬਟ ਸੰਘਰਸ਼ ਤਾਂ ਕਰਨਾ ਹੀ ਪੈਣਾ ਸੀਗਾ। ਜੋ ਸੰਘਰਸ਼ ਨਹੀਂ ਕਰੋਗੇ ਤਾਂ ਫਿਰ ਅਧਿਕਾਰ ਕਿਵੇਂ ਮਿਲਣਗੇ? ਉਹਦੇ ਅਧਿਕਾਰਾਂ ਵਾਸਤੇ ਬੇਸ਼ੱਕ ਮੈਂ ਪਹਿਲੇ ਵੀ ਤੁਹਾਨੂੰ ਕਿਹਾ, ਜਦ ਮੈਂ ਯੂਨੀਵਰਸਿਟੀ 'ਚ ਐਡਮਿਸ਼ਨ ਲਿੱਤੀ ਆਪਣੀ ਆਇਡੈਂਟੀਟੀ ਨਾਲ,
ਆਇਡੈਂਟੀਟੀ ਨਾਲ ਹੁੰਦੇ ਵੀ ਮੈਨੂੰ ਪਤਾ ਸੀ ਕਿ ਮੈਂ ਜੀਤ ਵੀ ਸਕਦੀ ਹਾਂ, ਹਾਰ ਵੀ ਸਕਦੀ ਹਾਂ। ਬਟ ਰਿਸਕ ਇੰਡੀਆ 'ਚ ਰਿਸਕ ਬਹੁਤ ਘੱਟ ਲੋਕ ਲੈਂਦੇ ਆ, ਰਿਸਕ ਲੈਣਾ ਹੀ ਨਹੀਂ ਚਾਹੁੰਦੇ ਆ, ਕਿਉਂਕਿ ਉਹ ਬਣਾਇਆ ਜਿਹੜਾ ਗਰੰਟਡ ਚੀਜ਼ਾਂ ਲੈਂਦੇ ਆ। ਹੁਣ ਮਾਂ-ਬਾਪ ਹੁੰਦੇ ਅਸੀਂ, ਤੁਸੀਂ ਸਾਰੇ ਜਿਹੜੇ ਕਮਾਈ ਖਾਂਦੇ ਹੋ, ਤੁਸੀਂ ਆਪਣਾ ਕੋਈ ਨਹੀਂ ਕਰਦੇ ਕੁਝ ਵੀ, ਹੈ ਨਾ, ਕਿਉਂਕਿ ਰਿਸਕ ਕੋਈ ਲੈਣਾ ਹੀ ਨਹੀਂ ਚਾਹੁੰਦਾ। ਤੁਸੀਂ ਅੱਜ ਆਪਣੀ ਫੈਮਿਲੀ ਨੂੰ ਛੱਡ ਦਿਓ, ਕੋਈ ਵੀ ਆਪਣੀ ਫੈਮਿਲੀ ਨੂੰ ਨਹੀਂ, ਆਪਣੇ ਬਾਪ ਦਾ ਘਰ ਕੋਈ ਨਹੀਂ ਛੱਡਣਾ ਚਾਹੁੰਦਾ, ਐਡਾ ਵੱਡਾ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਤੁਸੀਂ ਔਰਤ ਨੂੰ ਕੱਢ ਦਿੰਦੇ। ਲੇਕਿਨ ਲੜਕੀ ਨੂੰ ਜਦੋਂ ਵਿਆਹ ਕਰਦੇ ਹੋ ਉਹਦਾ ਵੀ ਰਿਸਕ ਕਵਰ ਕਰਦੇ ਹੋ ਕਿ ਤਾਂ ਕਿ ਉਹ ਦੂਸਰੇ ਘਰ ਜਾ ਕੇ ਪਹਿਲੇ ਦੇਖਦੇ ਉਹਦੇ ਕੋਲ ਘਰ-ਬਾਰ ਹੈ, ਗੱਡੀਆਂ ਹੈਗੀਆਂ, ਉਹਦੇ ਕੋਲ ਜ਼ਮੀਨ ਜਾਇਦਾਦ ਹੈ ਕਿ ਨਹੀਂ ਹੈ, ਉਹਦਾ ਵੀ ਰਿਸਕ ਕਵਰ ਕਰਦੇ ਹੋ। ਅਤੇ ਆਪਣੇ ਬੱਚੇ ਦਾ, ਬੇਟੇ ਦਾ ਤਾਂ ਕਰਨਾ ਹੀ ਕਿਆ, ਬਾਪ ਤਾਂ ਆਪਣੇ ਬੇਟੇ ਵਾਸਤੇ ਹੀ ਸਭ ਕੁਝ ਬਣਾਉਂਦਾ ਹੈ। ਔਰ ਬੇਟਾ ਕੋਈ ਰਿਸਕ ਲੈਣ ਨੂੰ ਤਿਆਰ ਨਹੀਂ, ਬੇਟਾ ਫਿਰ ਉਸੇ ਘਰ ਨੂੰ ਅੱਗੇ ਫਿਰ ਆਪਣੇ ਬੱਚੇ ਨੂੰ। ਸੋ ਨੋਬਡੀ ਵਾਂਟ ਟੂ ਰਿਸਕ, ਬਟ ਸਾਨੂੰ ਰਿਸਕ ਲੈਣਾ ਹੀ ਸੀਗਾ। ਜੇ ਰਿਸਕ ਨਾ ਲੈਂਦੀ ਫਿਰ ਅਸੀਂ ਉੱਥੇ ਕਿਨਾਰੇ 'ਚ ਬੈਠੇ, ਅਸੀਂ ਮਝਦਾਰ ਵਿੱਚ ਸੀਗੇ, ਜਾਂ ਤਾਂ ਅਸੀਂ ਮੇਲ ਹੋ ਜੀ ਜਾਂ ਫੀਮੇਲ। ਮੇਲ ਅਸੀਂ ਹੋ ਨਹੀਂ ਸਕਦੇ, ਫੀਮੇਲ ਵਾਸਤੇ ਸਾਡੀ ਸਟਰਗਲ ਸੀਗੀ, ਔਰ ਉਹ ਸਟਰਗਲ ਵਾਸਤੇ ਫਿਰ ਸੁਪਰੀਮ ਕੋਰਟ ਗਏ ਔਰ ਆਪਣੀ ਆਇਡੈਂਟੀਟੀ ਵਾਸਤੇ ਲੜੇ हैं। ਤੁਸੀਂ ਕਹਿ ਰਹੇ ਕਿ ਵੀ ਮਤਲਬ ਰਿਸਕ ਨਹੀਂ, ਰਿਸਕ ਲੈ ਰਿਹਾ ਤਾਂ ਰਿਸਕ ਤਾਂ ਲੈਣਾ ਹੀ ਪੈਣਾ। ਰਿਸਕ ਨਾ ਲੈਂਦੇ ਫਿਰ ਅੱਜ ਤੁਹਾਡੇ ਸਾਹਮਣੇ ਨਾ ਬੈਠੇ ਹੁੰਦੇ। ਓਕੇ ਮੈਮ, ਕਿਤੇ ਨਾ ਕਿਤੇ ਅਵੇਅਰਨੈਸ ਐਜੂਕੇਸ਼ਨ ਦੇ ਨਾਲ ਵੀ ਜੁੜੀ ਹੋਈ ਹੈ। ਬਿਲਕੁਲ, ਐਜੂਕੇਸ਼ਨ ਨਾਲ ਤਾਂ ਹੀ ਹੈ। ਫਿਰ ਮੈਮ ਤੁਸੀਂ ਯੂਨੀਵਰਸਿਟੀ ਗਏ, ਫਿਰ ਉੱਥੇ ਤਾਂ ਐਜੂਕੇਸ਼ਨ ਮਤਲਬ ਤਾਂ ਕੋਈ ਹੋਣਾ ਹੀ ਨਹੀਂ ਜਿਹੜਾ ਅਨਐਜੂਕੇਟਡ ਹੋਊਗਾ, ਬਟ ਸਾਰੇ ਐਜੂਕੇਟਡ ਨੇ, ਤੇ ਫਿਰ ਕਿਉਂ ਤੁਹਾਨੂੰ ਉੱਥੇ ਜਾ ਕੇ ਵੀ ਇਹ ਸਭ ਚੀਜ਼ਾਂ ਫੇਸ ਕਰਨੀਆਂ ਪਈਆਂ? ਜਦੋਂ ਅਸੀਂ ਬਚਪਨ ਤੋਂ ਪੈਦਾ ਹੁੰਦੇ ਆ, ਜਦੋਂ ਅਸੀਂ ਜੈਂਡਰ ਪੈਦਾ ਨਹੀਂ ਹੁੰਦਾ, ਅਸੀਂ ਜੈਂਡਰ ਇਜ਼ ਹੇਅਰ, ਜੈਂਡਰ ਇੱਥੇ ਹੈ ਔਰ ਸੈਕਸ ਨੀਚੇ ਅੰਡਰਵੇਅਰ 'ਚ। ਸਾਨੂੰ ਜਦੋਂ ਅਸੀਂ ਪੈਦਾ ਹੁੰਦੇ, ਸਾਡੇ ਅੰਡਰਵੇਅਰ ਨੂੰ ਖੋਲ੍ਹ ਕੇ ਡਾਕਟਰ ਜਾਂ ਸਾਡੇ ਦਾਈ ਮਾਂ-ਬਾਪ ਇਹ ਡਿਸਾਈਡ ਕਰਦੇ ਹੈ ਮੇਲ ਜਾਂ ਫੀਮੇਲ ਹੈ, ਠੀਕ ਹੈ। ਅਸੀਂ ਉਸੇ ਜੈਂਡਰ ਨਾਲ ਅੱਗੇ ਵੱਧਦੇ ਹਾਂ ਪੈਦਾ, ਔਰ ਸਾਨੂੰ ਸਾਰੇ ਸਟੀਰੀਓਟਾਈਪ, ਤੁਸੀਂ ਲੜਕੇ ਹੋ ਤੁਸੀਂ ਬਲੂ ਪਾਉਣਾ, ਹੈ ਨਾ, ਲੜਕੀ ਹੈ ਤਾਂ ਪਿੰਕ ਪਾਏਗੀ, ਲੜਕਾ ਹੈ ਬੁਲਟ ਜਾਂ ਗਨ ਵਗੈਰਾ ਇੱਦਾਂ ਦੇ ਖਿਡੌਣੇ ਲੈ ਕੇ ਆਉਂਗੇ, ਅਤੇ ਲੜਕੀ ਹੈ ਉਹਨੂੰ ਫਰੋਕ ਹੋ ਗਿਆ, ਕਿਚਨ ਦਾ ਸਮਾਨ ਜਾਂ ਛੋਟੇ ਮੋਟੇ। ਔਰ ਲੜਕੀ ਨੂੰ ਬਚਪਨ ਤੋਂ ਹੀ ਸਿਖਾਇਆ ਤੂੰ ਕੰਮ ਸਿੱਖ, ਤੂੰ ਵਿਆਹ ਬਗਾਨੇ ਘਰ ਜਾਣਾ ਹੈ, ਵਿਆਹ ਹੋਣਾ ਤੇਰਾ। ਮੁੰਡੇ ਨੂੰ ਨਹੀਂ ਸਿਖਾਇਆ ਜਾਂਦਾ, ਮੁੰਡਾ ਚਾਹੇ ਰਾਤ ਭਰ ਬਾਹਰ ਰਹੇ। ਸੋ ਇਹ ਸਾਰੀ ਚੀਜ਼ਾਂ ਅਸੀਂ ਬਚਪਨ ਤੋਂ ਉਸ ਬੱਚੇ ਦੇ ਮਾਈਂਡ 'ਚ। ਐਜੂਕੇਸ਼ਨ ਜਦੋਂ ਤੁਸੀਂ ਤਾਂ ਖੁਦ ਪੜ੍ਹੇ ਹੋ ਯੂਨੀਵਰਸਿਟੀ 'ਚ, ਤੁਸੀਂ ਹੈਰਾਨ ਹੋਗੇ, ਸਾਰੇ ਇਹੀ ਸੋਚਦੇ ਕਿ ਜੌਬ ਕਿਵੇਂ ਮਿਲੇਗੀ, ਹੈ ਨਾ, ਵੀ ਇਹ ਪੜ੍ਹਾਈ ਕਰਕੇ ਮੈਨੂੰ ਜੌਬ ਮਿਲੇਗੀ ਕਿ ਨਹੀਂ ਮਿਲੇਗੀ, ਫਿਊਚਰ ਸਿਕਿਉਰ ਹੈ ਕਿ ਨਹੀਂ। ਹਾਂ, ਲੇਕਿਨ ਕੋਈ ਇਹ ਥੋੜ੍ਹੀ ਕਹਿੰਦਾ ਕਿ ਅਸੀਂ ਦੁਨੀਆ ਨੂੰ ਐਕਸੈਪਟ ਕਰਨਾ ਹੈ, ਸਮਾਜ ਨੂੰ ਐਕਸੈਪਟ ਕਰਨਾ ਹੈ, ਇਨਸਾਨ ਨੂੰ ਇਨਸਾਨ ਸਮਝਣਾ ਇਸ ਪੜ੍ਹਾਈ ਨਾਲ। ਕੋਈ ਇਹ ਤਾਂ ਨਹੀਂ ਵੀ ਅੱਜ ਇਹ ਪੜ੍ਹਾਈ ਕਰਕੇ ਮੈਂ ਅੱਜ ਇਨਸਾਨ ਨੂੰ ਇਨਸਾਨ ਸਮਝਣਾ ਸਿੱਖ ਗਿਆ। ਅਸੀਂ ਹਮੇਸ਼ਾ ਜਿੱਦਾਂ ਹੀ ਗ੍ਰੈਜੂਏਸ਼ਨ ਸ਼ੁਰੂ ਕੀਤੀ, ਅਸੀਂ ਬਾਇਓਡਾਟਾ ਬਣਾਉਣਾ ਸ਼ੁਰੂ ਕਰ ਦਿੰਦੇ ਜੌਬ ਵਾਸਤੇ। ਕੋਈ ਇਹ ਨਹੀਂ ਸੋਚਦਾ ਕਿ ਅਸੀਂ ਖੁਦ ਇਨਸਾਨ ਬਣੇ ਕਿ ਨਹੀਂ ਬਣੇ। ਸੋ ਇਹ ਜਿਹੜੀ ਚੀਜ਼ਾਂ ਹੈ ਪੜ੍ਹਾਈ ਨਾਲ, ਜਦੋਂ ਮੈਂ ਯੂਨੀਵਰਸਿਟੀ ਆਈ ਅਤੇ ਬਹੁਤ ਲੋਕਾਂ ਨੇ ਹਜੇ ਵੀ ਬੋਲਦੇ ਬਹੁਤ ਕਿ ਕਿੰਨਰ ਵਾਸਤੇ ਅਲੱਗ ਯੂਨੀਵਰਸਿਟੀ ਹੋਣੀ ਚਾਹੀਦੀ, ਕਾਲਜ ਹੋਣਾ ਚਾਹੀਏ। ਬਟ ਆਈ ਸੈਡ ਕਿ ਨੋ, ਮੈਂ ਇਹ ਉਸ ਵਾਸਤੇ ਸਟਰਗਲ ਨਹੀਂ ਕਰੀ ਐਕਸਕਲੂਜ਼ਨ, ਮੈਂ ਇਨਕਲੂਜ਼ਨ ਵਾਸਤੇ ਸੰਘਰਸ਼ ਕਰ ਰਹੀ ਕਿ ਸਾਰੇ ਇਕੱਠੇ ਮਿਲ ਕੇ ਪੜ੍ਹਨਗੇ। ਅਗਰ ਮੈਂ ਅੱਜ ਨਾਲ ਤੁਹਾਡੇ ਬੈਠੀ ਗੱਲ ਕਰਾਂਗੀ, ਇਸ ਕਾਲਜ 'ਚ ਹੋਊਗੀ, ਯੂਨੀਵਰਸਿਟੀ 'ਚ ਅਸੀਂ ਇਕੱਠੇ ਰਹਾਂਗੇ ਤਾਂ ਤੁਸੀਂ ਇੱਕ ਦੂਸਰੇ ਨੂੰ ਸਮਝੋਗੇ। ਜੇ ਮੈਂ ਸਪੋਜ਼ ਕੋਈ ਦੀਵਾਰ ਦੇ ਦੂਸਰੀ ਸਾਈਡ ਕੋਈ ਇਨਸਾਨ ਹੈ, ਜਾਂ ਫॉर एग्जांपल इंडिया एंड पाकिस्तान है, ਸਾਡੀ ਲੰਬੀ ਬਾੜ ਹੈ, ਲੰਬੀ ਦੀਵਾਰ ਹੈ, ਉਸ ਪਾਸੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਉੱਥੇ ਦੇ ਲੋਕ ਕੀ ਸੋਚ ਰਹੇ ਇੰਡੀਆ ਬਾਰੇ, ਅਸੀਂ ਕੀ ਸੋਚ ਰਹੇ ਹੋ, ਸਾਨੂੰ ਪਤਾ ਨਹੀਂ ਲੱਗ ਰਿਹਾ। ਜੇ ਅਸੀਂ ਆਪਸ 'ਚ ਮਿਲ ਜੁਲ ਕੇ ਰਹਿ, ਜਿਸ ਤਰ੍ਹਾਂ ਇੱਥਾਂ ਦੇ ਲੋਕ, ਜੇ ਪਾਰਟੀਸ਼ਨ ਤੋਂ ਪਹਿਲੇ ਕੀ ਅਸੀਂ ਰਹਿੰਦੇ ਨਹੀਂ ਸੀ ਨਾਲ, ਫਿਰ ਜਦੋਂ ਦੀਵਾਰ ਬਣ ਜਾਂਦੀ ਹੈ ਅਸੀਂ ਇੱਕ ਦੂਸਰੇ ਨੂੰ ਸਮਝਦੇ ਨਹੀਂ ਹੈ, ਅਸੀਂ ਇੱਕ ਦੂਸਰੇ ਵਾਸਤੇ ਬੁਰਾ ਹੀ ਸਮਝਦੇ ਹਾਂ। ਜਦ ਤੋਂ ਮੈਂ ਐਡਮਿਸ਼ਨ ਹੋਈ ਫਿਰ ਹੌਲੀ ਹੌਲੀ, ਮਤਲਬ ਇਹ ਤਾਂ ਨਹੀਂ ਕਿ ਪਹਿਲੇ ਹੀ ਸਾਰੇ ਸਮਝਣ ਲੱਗੇ ਸੀ, ਬਟ ਜਦ ਅਸੀਂ ਇਕੱਠੇ ਨਾਲ ਅਸੀਂ ਉੱਠਣਾ ਬੈਠਣਾ ਹੋਇਆ, ਲੋਕਾਂ ਨੂੰ ਸਮਝੇ, ਬੱਚਿਆਂ ਨੂੰ ਸਮਝ ਆਉਣਾ ਸ਼ੁਰੂ ਹੋਇਆ, ਫਿਰ ਦੈਨ ਫਰੈਂਡਸ ਬਣ ਗਏ ਸਾਰੇ ਲੋਕ, ਅਤੇ ਉਸ ਤੋਂ ਬਾਅਦ ਖਤਮ ਹੋ ਗਈ ਟੁੱਟੀਆਂ। ਔਰ ਫਿਰ ਅੰਡਰਸਟੈਂਡਿੰਗ ਹੋ ਜਾਂਦੀ ਹੈ, ਅੰਡਰਸਟੈਂਡਿੰਗ ਨਾਲ ਫਿਰ ਬਹੁਤ ਸਾਰੀ ਚੀਜ਼ਾਂ ਸੋਲਵ ਹੋ ਜਾਂਦੀਆਂ ਨੇ। ਮੈਮ ਤੁਸੀਂ ਰਸ਼ੀਅਨ ਲੈਂਗੁਏਜ ਦੇ ਡਿਪਲੋਮਾ ਕੀਤਾ, ਫ੍ਰੈਂਚ ਲੈਂਗੁਏਜ ਦੇ ਵਿੱਚ ਤੁਸੀਂ ਕੀਤਾ, ਕਿਉਂਕਿ ਐਜੂਕੇਸ਼ਨ ਦੇ ਨਾਲ ਤੁਸੀਂ ਕੰਟੀਨਿਊਸਲੀ ਜੁੜੇ ਰਹੇ ਜੀ। ਫਿਰ ਹੁਣ ਤੁਸੀਂ ਬਾਹਰ ਵੀ ਗਏ,
ਉੱਥੇ ਜਾ ਕੇ ਤੁਸੀਂ ਰਹੇ, ਸਟੱਡੀ ਕੀਤੀ, ਤੁਸੀਂ ਈਜ਼ੀਲੀ ਕਿਸੇ ਵੀ ਕੰਟਰੀ ਦੀ PR ਲੈ ਸਕਦੇ ਸੀਗੇ ਜਾ ਕੇ। ਉੱਥੇ ਇੰਨਾ ਸੰਘਰਸ਼ ਨਹੀਂ ਕਰਨਾ ਪੈਂਦਾ। ਸਾਡੇ ਸਟੂਡੈਂਟਸ ਜਾਂਦੇ ਹੀ ਨੇ ਅਤੇ ਉੱਥੇ ਤੁਹਾਨੂੰ ਜ਼ਿਆਦਾ ਰਾਈਟਸ ਮਿਲਣੇ ਸੀ, ਐਕਸਪੈਕਟੇਸ਼ਨਸ ਜ਼ਿਆਦਾ ਹੋ ਜਾਂਦੀਆਂ ਸੀਗੀਆਂ ਅਤੇ ਤੁਸੀਂ ਉੱਥੇ ਐਕਸੈਪਟ ਵੀ ਹੋ ਸਕਦੇ ਸੀਗੇ ਆਰਾਮ ਨਾਲ, ਇੱਥੋਂ ਆਰਾਮ ਨਾਲ। ਫਿਰ ਤੁਸੀਂ ਬਾਹਰ ਜਾਣਾ ਮੇਰਾ ਮਕਸਦ ਪਹਿਲੇ ਸੀਗਾ ਬਚਪਨ ਤੋਂ। ਜਦੋਂ ਮੈਨੂੰ ਲੱਗਦਾ ਸੀਗਾ ਕਿ ਇੱਥੇ ਇੰਡੀਆ 'ਚ ਮੇਰਾ ਕੋਈ ਐਕਸੈਪਟੈਂਸ ਨਹੀਂ ਹੋਣੀ ਹੈ, ਜਦੋਂ ਮੈਨੂੰ ਕੋਈ ਫਿਊਚਰ ਨਜ਼ਰ ਨਹੀਂ ਆਉਂਦਾ ਸੀ, ਮੇਰਾ ਇੱਕ ਸੁਪਨਾ ਸੀ ਕਿ ਮੈਂ ਬਾਹਰ ਜਾਵਾਂ, ਜਹਾਜ਼ 'ਚ ਬੈਠਾਂ, ਉੱਥੇ ਜਾਵਾਂ ਕੈਨੇਡਾ ਜਾਂ ਫਰਾਂਸ, ਇੰਗਲੈਂਡ, ਜਰਮਨੀ, ਜਿੱਥੇ ਵੀ ਜਾਵਾਂ। ਲੇਕਿਨ ਜ਼ਿੰਦਗੀ 'ਚ ਬਹੁਤ ਤਰ੍ਹਾਂ ਦੇ ਮੋੜ ਆਉਂਦੇ ਆ। ਜਦੋਂ मैं संघर्ष करना शुरू किया, फिर मैं देखा कि अकेली मैं इस दुनिया में नहीं हूँ, मेरे जैसे हज़ारों लाखों लोग हैं जो अगर मैं इस दुनिया इस इंडिया से चली गई तो अगर कनाडा में गई तो अपने पेट के लिए, अपने 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 खुद के लिए, फिर मैं दुनिया वास्ते की किया। तो इस करके मैं जो सोचा कि नहीं, जब स्ट्रगल करना शुरू किया, फिर जो मैं अगे वधी गई, रस्ता बनता गया, मैनूं लग्या पिछे आने वाली जनरेशन ਉਹ ਹੁਣ ਉਹਨਾਂ ਨੂੰ ਕੋਈ ਰਸਤਾ ਸਾਫ਼ ਨਹੀਂ ਕਰਨਾ ਪੈਣਾ, ਕਿਉਂਕਿ ਆਲਰੇਡੀ ਅਸੀਂ ਅੱਗੇ ਵਧ ਰਹੇ ਐਂਡ ਰਸਤਾ ਬਣਦਾ ਜਾ ਰਿਹਾ। ਜੇ ਮੈਂ ਛੱਡ ਕੇ ਚਲੀ ਜਾ, ਹਜੇ ਵੀ ਮੈਂ ਜਾ ਸਕਦੀ ਹਾਂ, ਬਟ ਇਹ ਲੜਾਈ ਹਜੇ ਪੂਰੀ ਨਹੀਂ ਹੋਈ ਹੈ, ਹਜੇ ਲੜਾਈ ਚੱਲ ਰਹੀ ਹੈ, ਸੰਘਰਸ਼ ਚੱਲ ਰਹੇ ਹੈ। ਜੇ ਮੈਂ ਇੱਥੋਂ ਛੱਡ ਕੇ ਚਲੀ ਗਈ, ਉਹ ਸੰਘਰਸ਼ ਉੱਥੇ ਹੀ ਸਟਾਪ ਹੋ ਜਾਏਗਾ। ਮੈਨੂੰ ਹਜ਼ਾਰਾਂ ਲੱਖਾਂ ਲੋਕ ਐਜ਼ ਏ ਇੰਸਪੀਰੇਸ਼ਨ ਮਤਲਬ ਦੇ ਇੰਸਪਾਇਰਡ ਫਰੋਮ ਮੀ। ਜੇ ਇੰਸਪੀਰੇਸ਼ਨ ਮਿਲਦੀ ਹੈ, ਅਗਰ ਮੈਂ ਉਹ ਇੰਸਪੀਰੇਸ਼ਨ ਕਿਤੇ ਚਲੀ ਜਾਏ, ਤੁਸੀਂ ਵੀ ਜੇ ਕਿਸੇ ਤੋਂ ਇੰਸਪਾਇਰ ਹੁੰਦੇ, ਉਹ ਤੁਹਾਡੇ ਤੋਂ ਅੱਗੇ ਤੋਂ ਨਿਕਲ ਜਾਵੇ, ਖਤਮ ਹੋ ਜਾਏ, ਤੁਸੀਂ ਫਿਰ ਸੋਚਦੇ ਯਾਰ ਨਹੀਂ। ਹੁਣ ਮੈਂ ਇੱਕ ਕਹਾਣੀ ਹੈ ਬੀਰਬਲ ਦੀ ਕਿ ਉਹਨੂੰ ਸਜ਼ਾ ਹੁੰਦੀ ਹੈ ਤਾਂ ਮਤਲਬ ਸ਼ਾਰਟ 'ਚ ਦੱਸਿਆ ਕਿ ਉਹ ਲਾਟੂ ਨੂੰ ਦੇਖ ਕੇ ਪਾਣੀ 'ਚ ਸਰਦੀਆਂ 'ਚ ਉਹਨੂੰ ਕਹਿੰਦੇ ਤੂੰ ਸਾਰੀ ਰਾਤ ਪਾਣੀ 'ਚ ਖੜਾ ਹੈਗਾ। ਤਾਂ ਉਹ ਲਾਟੂ ਨੂੰ ਦੇਖ ਕੇ ਸਾਰੀ ਰਾਤ ਤੇ ਫਿਰ ਉਹਨੂੰ ਪੁੱਛਦੇ ਕਿ ਤੂੰ ਸਾਰੀ ਰਾਤ ਕਿਵੇਂ ਇੰਨੇ ਠੰਡੀ ਸਰਦੀ 'ਚ ਠੰਡੇ ਪਾਣੀ 'ਚ ਕਿਵੇਂ ਰੱਖੇ, ਕਿ ਮੈਂ ਸਿਰਫ ਲਾਟੂ ਨੂੰ ਦੇਖੀ ਗਿਆ, ਬਲਬ ਨੂੰ ਦੇਖਦਾ ਰਿਹਾ ਸਾਰੀ ਰਾਤ। ਲਾਟੂ ਦੀ ਇੰਸਪੀਰੇਸ਼ਨ। ਹਾਂ, ਤੇ ਉਹ ਕਹਿੰਦਾ ਨਹੀਂ, ਇਹ ਤਾਂ ਬੰਦਾ ਮਤਲਬ ਇਸਨੇ ਉਹਦੀ ਅਗਨੀ ਉਹਨੂੰ ਲਿੱਤੀ ਹੈ। ਸੋ ਬਟ ਉੱਦਾਂ ਤਾਂ ਹੈ ਨਹੀਂ ਸੀ, ਉਹ ਅੱਗ ਤਾਂ ਸੀ ਨੇ ਉਹਨੂੰ ਸੇਕ ਰਿਹਾ ਸੀ। ਬਟ ਮੇਰੇ ਕਹਿਣ ਦਾ ਮਤਲਬ ਹੈ ਕਿ ਇੱਕ ਇੰਸਪੀਰੇਸ਼ਨ ਹੁੰਦੀ, ਕੋਈ ਤੁਹਾਡੇ ਅੰਦਰ ਚੀਜ਼ ਹੁੰਦੀ ਹੈ, ਉਸ ਨੂੰ ਦੇਖ ਕੇ ਤੁਸੀਂ ਸਾਰੀ ਜ਼ਿੰਦਗੀ ਕੱਢ ਦਿੰਦੇ ਹੋ, ਜੀਵਨ ਨਿਕਲ ਜਾਂਦਾ ਹੈ ਕਿ ਯਸ, ਚਾਹੇ ਉਹ ਤੁਹਾਨੂੰ ਕੁਛ ਨਹੀਂ ਦੇ ਰਿਹਾ, ਬਟ ਤੁਹਾਡੇ ਅੰਦਰ ਉਸ ਇੰਸਪੀਰੇਸ਼ਨ ਹੋਵੇ। ਮੈਨੂੰ ਜਸਟਿਨ ਟਰੂਡੋ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ, ਉਹਨਾਂ ਨੇ ਡਿਨਰ 'ਚ ਬੁਲਾਇਆ ਸੀਗਾ ਦਿੱਲੀ, ਤੇ ਜਦੋਂ ਉਹਨੇ ਕਾਫੀ ਸਾਰੀ ਮੇਰੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ। ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇੰਡੀਆ ਛੱਡ ਕੇ ਕੈਨੇਡਾ ਆ ਸਕਦੇ ਹੋ। ਸੋ ਆਈ ਸੈਡ ਨੋ, ਆਈ ਵਾਂਟ ਟੂ ਵਰਕ ਹੇਅਰ ਫॉर ਟਰਾਂਸਜੈਂਡਰ ਕਮਿਊਨਿਟੀ। ਮੈਂ ਟਰਾਂਸਜੈਂਡਰ ਕਮਿਊਨਿਟੀ ਵਾਸਤੇ ਕਰਨਾ ਚਾਹੁੰਦੀ। ਹੁਣ 50 ਸਾਲ ਦੀ ਉਮਰ 'ਚ ਮੈਂ ਕਿਵੇਂ ਉੱਥੇ ਜਾਵਾਂ ਔਰ ਕੀ ਸਟਰਗਲ ਕਰਾਂ। ਅਗਰ ਜੇ ਮੈਂ ਸਟਰਗਲ ਕਰਕੇ ਉੱਥੇ ਆਪਣੀ ਜੌਬ ਵੀ ਲੈ ਲੈਂਦੀ ਹੈ, ਬਟ ਉਹ ਫਿਰ ਮੇਰੇ ਆਪਣੇ ਵਾਸਤੇ ਹੋਣੀ, ਇਕੱਲੇ ਵਾਸਤੇ। ਲੇਕਿਨ ਮੈਂ ਇਹ ਜਿਹੜੀ ਲੜਾਈ ਹੈ ਵਿੱਚ ਅਧੂਰੇ ਛੱਡਣਾ ਨਹੀਂ ਚਾਹੁੰਦੀ। ਮੈਂ ਚਾਹੁੰਦੀ ਇਹ ਲਾਸਟ ਤੱਕ। ਮੇਰਾ ਇੱਕ ਸੁਪਨਾ ਹੈ ਕਿ ਕਮ ਸੇ ਕਮ ਇੱਕ IAS ऑफिसर चंडीगढ़ से बन के आए। जिस दिन वो IAS ऑफिसर बन के आ जाएगा ट्रांसजेंडर, तो मेरा सपना पूरा हो जाएगा कि उस तो बाद मैं किते भी जावां दुनिया 'ਚ। लेकिन जब तक कोई ट्रांसजेंडर IAS ऑफिसर या DC बन के नहीं आता चंडीगढ़, तब तक मेरा संघर्ष जारी रहेगा। संघर्ष करके, पढ़ाई करके अपने आप ਨੂੰ ਸਟੈਂਡ ਕਰ ਲਿਆ। क्या ਤੁਹਾਡੀ ਹੋਰ ਬਾਕੀ ਕਮਿਊਨਿਟੀ ਵੀ ਹੁਣ ਇਸ ਮੁਕਾਮ ਤੇ ਪਹੁੰਚ ਕੇ क्या ਸਿਕਿਉਰ ਹੈ ਉਹ ਆਪਣੀ ਆਇਡੈਂਟੀਟੀ ਨੂੰ ਲੈ ਕੇ, ਬਾਕੀ ਚੀਜ਼ਾਂ ਨੂੰ ਲੈ ਕੇ? क्या ਹੁਣ ਵੀ ਉਹ ਆਪਣੇ ਆਪ ਨੂੰ ਲੁਕਾਉਂਦੇ ਨੇ? ਨਹੀਂ, ਮੈਨੂੰ ਲੱਗਦਾ ਕਿ ਕਾਫੀ ਸਾਰੇ ਲੋਕ ਹੁਣ ਆਊਟ ਹੋ ਰਹੇ ਹਨ। ਜਿੱਦਾਂ ਮੈਨੂੰ ਹਾਲਾਤ ਨਜ਼ਰ ਆਉਂਦੇ, ਜਿੱਦਾਂ ਮੈਨੂੰ ਮੈਸੇਜ ਮਿਲ ਰਹੇ ਹੈ, ਜਾਂ ਬਹੁਤ ਸਾਰੇ ਮੈਸੇਜ, ਜਿੱਦਾਂ ਡੇਲੀ ਮੈਨੂੰ 8-10 ਮੈਸੇਜ, ਨਵੇਂ ਮੈਸੇਜ ਮਿਲਦੇ ਹੈ ਟਰਾਂਸਜੈਂਡਰ ਕਮਿਊਨਿਟੀ ਦੇ, ਜਿਹੜੇ ਆਊਟ ਨਹੀਂ ਹੈ। ਉਹ ਚਾਹੁੰਦੇ ਕਿ ਅਸੀਂ ਵੀ ਤੁਹਾਡੇ ਵਰਗੇ ਬਣਨਾ ਚਾਹੁੰਦੇ, ਸਾਨੂੰ ਫਿਰ ਸਲਾਹ ਦਿਓ, ਸਾਨੂੰ ਕਾਉਂਸਲਿੰਗ ਕਰੋ। ਐਂਡ ਬਹੁਤ ਸਾਰੇ ਸਟੂਡੈਂਟ ਪੜ੍ਹ ਰਹੇ ਹੁਣ, ਗੁਜਰਾਤ 'ਚ ਹੈ, ਸਾਊਥ ਇੰਡੀਆ 'ਚ ਹੈਗੇ, ਪੰਜਾਬ ਯੂਨੀਵਰਸਿਟੀ 'ਚ ਹੁਣ ਇਸ ਵਾਰੀ 4 ਐਡਮਿਸ਼ਨ ਦਾ ਮਤਲਬ ਫਾਰਮ ਭਰੇ ਲੋਕਾਂ ਨੇ। ਅਤੇ ਮੈਂ ਕੋਸ਼ਿਸ਼ ਕਰ ਰਹੀ ਕਿ ਹੋਰ ਬੱਚੇ ਆਉਣ, ਐਟਲੀਸਟ 4-5 ਇਹ ਸ਼ੁਰੂਆਤ ਹੈ। ਓਵਰਨਾਈਟ ਕੁਛ ਨਹੀਂ ਬਦਲਦਾ। ਜਦੋਂ 19ਵੀਂ ਸਦੀ 'ਚ ਸਾਵਿਤਰੀ ਬਾਈ ਫੂਲੇ ਨੇ ਫੀਮੇਲ ਦਾ ਐਜੂਕੇਸ਼ਨ ਸ਼ੁਰੂ ਕੀਤਾ ਸੀ, ਅਤੇ ਉਹ 2-4 ਸੀਗੇ
ठीक है ना, इंडिया 'ਚ ਇੰਨਾ ਪੋਪੂਲੇਸ਼ਨ ਇੰਨੀ ਜ਼ਿਆਦਾ 50% ਜਿਹੜੀ ਆधी ਆਬਾਦੀ ਜਿਹੜੀ ਫੀਮੇਲ ਦੀ ਹੈ, ਲੇਕਿਨ 2-4 ਲੋਕ ਪੜ੍ਹ ਰਹੇ ਸੀਗੇ। ਔਰ ਅਸੀਂ ਚਾਹੁੰਦੇ ਕਿ ਲੋਕ ਕਹਿੰਦੇ ਕਿ ਤੁਸੀਂ ਅਜੇ 2-4 ਹੀ ਲੋਕ ਪੜ੍ਹ ਰਹੇ। ਇਹ ओवरनाइट कुछ नहीं बदलना है कि उन थोड़ा साल लगनेंगे। और ਇਹ ਪੁਰਾਣੀ ਪਰੰਪਰਾ ਜੀ ਉਸਨੂੰ ਤੋੜਨਾ, ਸਟੀਰੀਓਟਾਈਪ ਸੋਚਾਂ ਹੈਗੀਆਂ ਉਹ ਇਨਸਾਨ ਨੇ ਖੁਦ ਬਣਾਈਆਂ, ਆਦਮੀ ਔਰਤ ਨੇ ਬਣਾਈਆਂ। ਔਰ ਬੇਸ਼ੱਕ ਇੰਡੀਆ 'ਚ ਐਕਸੈਪਟੈਂਸ ਹੈਗੀ ਟਰਾਂਸਜੈਂਡਰ ਕਮਿਊਨਿਟੀ, ਹਿਜੜਾ ਕਮਿਊਨਿਟੀ ਦਾ ਐਕਸੈਪਟੈਂਸ ਹੈਗੀ, ਲੇਕਿਨ ਦਰਵਾਜ਼ੇ ਤੋਂ ਬਾਹਰ ਲੋਕ ਦਰਵਾਜ਼ੇ ਅੰਦਰ ਉਹਨਾਂ ਨੂੰ ਸਾਨੂੰ ਚਾਹ ਪਿਲਾਉਣ ਵਾਸਤੇ ਜਾਂ ਰੋਟੀ ਵਾਸਤੇ ਤਾਂ ਕੋਈ ਨਹੀਂ ਸੱਦਦਾ। हमेशा कोई याद करता, वो ब्याह शादियाँ 'ਚ याद करते हैं या अनचाहे मेहमान ऐसी अभी ज़बरदस्ती वाले मेहमान हैं। तो मैं हमेशा कोशिश करती दुनिया 'ਚ दसन जी कि अगर मर्द दिन है औरत रात है तो हम संध्या हैं, हम सांझ की बेला हैं, हम कम्बिनेशन ऑफ 2 सेक्स हैं। जैसे दिन और रात होता तो संध्या भी होती है, संध्या में दोनों रंग होते हैं, दिन और रात के। इसी तरह जो ट्रांसजेंडर है उसके अंदर दोनों रंग हैं, तो उसका वजूद उतना ही ज़रूरी जितना सांझ का है। जितना अगर संध्या ना होती तो दिन रात ना होता, सांझ के बिना दिन रात नहीं होता है। और जो सांझ वेला है वो 2 बार आती है, सुबह भी आती है और शाम को भी आती है। तो हमारा वजूद वो ज़्यादा इम्पॉर्टेंट है रादर देन पैदा तो सारी दुनिया करती है, लेकिन पालनहार का ज़्यादा इम्पोर्टेंस रहती है। इसलिए ब्रह्मा ने पैदा किया, हमारी माइथोलॉजी में ब्रह्मा को कौन पूछता है, कोई नहीं पूछता ना, लेकिन विष्णु को पूछते हैं। विष्णु पालनहार हैं और शिव जो है वो संहार करते हैं, वो दुनिया को ख़त्म मतलब करते हैं। तो ये तीनों चीज़ों में सबसे बड़ी इम्पोर्टेंट किसकी, पालनहार विष्णु की। और हम वो विष्णु का रूप हैं, क्योंकि विष्णु खुद किन्नर बन जाते हैं मोहिनी अवतार में। और हम जन्म नहीं देते तो हम पालते तो हैं, हम देवकी नहीं है, हम यशोदा हैं। देवकी जन्म देती है और यशोदा पालती है। और इसलिए हमारा वजूद सदियों से रहा है कि हम आपकी जो बहू बेटियां हैं, बच्चे हैं, हम उनके हरम की रक्षा करते थे। मुगल दरबारां 'ਚ ਤੁਸੀਂ ਦੇਖਦੇ ਹੋ ਕਿ ਹਰਮ ਦੀ ਰੱਖਿਆ ਉਹ ਅਸੀਂ ਕਰਦੇ ਸੀ। ਉਹਨਾਂ ਦੀ ਇੰਟੈਲੀਜੈਂਸ ਜਿਹੜੇ ਬੀਰੋ ਸੀਗੇ ਉਹਦੇ ਹੈੱਡ ਅਸੀਂ ਸੀਗੇ। ਅਲਾਉਦੀਨ ਖਿਲਜੀ ਦਾ ਜਿਹੜਾ ਸਿਪਾਹ ਸਲਾਰ ਸੈਨਾਪਤੀ ਸੀਗਾ, ਮਲਿਕ ਕਾਫੂਰ ਉਹ ਹਿਜੜਾ ਸੀਗਾ। ਔਰ ਇਵਨ ਕਿ ਸਾਡਾ ਹਿੰਦੁਸਤਾਨ ਦਾ ਪਹਿਲਾ ਬਾਦਸ਼ਾਹ ਜਿਹੜਾ ਸੀਗਾ ਮੁਗਲ ਬਾਦਸ਼ਾਹ, ਹੀ ਵਾਜ਼ ਨਾਟ ਸਟ੍ਰੇਟ, ਹੀ ਵਾਜ਼ ਹੋਮੋਸੈਕਸ਼ੁਅਲ। ਸੋ ਮਤਲਬ ਟਿਲ औरंगजेब ਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਹੋਈ, ਲੇਕਿਨ ਬਹਾਦਰ ਸ਼ਾਹ ਜ਼ਫਰ ਤੱਕ 1857 ਤੱਕ ਮੁਗਲ ਦਰਬਾਰਾਂ 'ਚ ਕਿੰਨਰਾਂ ਦੀ ਬਹੁਤ ਪਹੁੰਚ ਸੀਗੀ। ਉਹ ਰਾਜਾ ਬਣ ਗਏ ਸੀਗੇ, ਉਹ ਜਾਗੀਰਦਾਰ ਬਣ ਗਏ ਸੀਗੇ। ਲੇਕਿਨ ਅੰਗਰੇਜ਼ਾਂ ਦੇ ਆਉਣ ਕਰਕੇ 1871 'ਚ ਇੱਕ ਲਾਅ ਬਣਿਆ, ਐਂਟੀ ਟਰਾਈਬਲ ਲਾਅ, ਉਹਦੇ ਵਿੱਚ ਕਿੰਨਰਾਂ ਨੂੰ ਅਪਰਾਧੀ ਘੋਸ਼ਿਤ ਕਰ ਦਿੱਤਾ ਸੀ। ਇਹ ਜਿਹੜੀ ਭੀਖ ਮੰਗਣ ਦੀ ਪਰੰਪਰਾ ਹੈ ਇਹ 1857 ਤੋਂ ਬਾਅਦ ਸ਼ੁਰੂ ਹੋਈ। ਅਦਰਵਾਈਜ਼ ਕਿੰਨਰ ਕਦੇ ਵੀ ਭਿਖਾਰੀ ਨਹੀਂ ਰਹੇ, ਕਿੰਨਰ ਹਮੇਸ਼ਾ ਹਾਈਐਸਟ ਪੋਸਟ 'ਚ ਸੀਗੇ। ਕਿੰਨਰ ਦਾ ਵਜੂਦ ਤੁਸੀਂ ਸ਼ਾਸਤਰ ਪੜ੍ਹੋਗੇ ਨਾ, वेद चे लिखा है विकृति एवं प्रकृति, जो विकृति है वो भी प्रकृति का ही हिस्सा है। व्हाट सीम्स अननेचुरल इज ऑल्सो नेचुरल। जो टेढ़ा होता है वही फल देता है, सीधा कभी फल नहीं देता। स्ट्रेट नेवर गिव यू शेल्टर और शेड। जो टेढ़ा होता, आम का पेड़ टेढ़ा है तो फल देता है आपको और छाया भी देता। और हमसे प्रकृति कभी नहीं पूछती आप ट्रांसजेंडर हो, लेकिन इंसान पूछता है। ह्यूमन कैन बी स्ट्रेट, लाइन कैन बी स्ट्रेट, बट नेचर कभी स्ट्रेट नहीं होती। और हम भूल गए कि हम नेचर का पार्ट हैं। गीता में लिखा है केवल अहम पुरुषम, परमात्मा कह रहे हैं केवल मैं ही पुरुष हूँ और आत्मा स्त्री है, और हम आत्मा ही हैं सारे। इसलिए आत्मा सभी स्त्रियाँ हैं, हम सब चाहे मर्द भी पैदा होंगे, ट्रांसजेंडर औरत सभी औरत हैं। उस ऐसे ही श्री गुरु ग्रंथ साहब में भी जीव आत्मा को स्त्री भाव में आप जब गुरबाणी पढ़ते हो तो अपने आप को औरत मान के ही उस परमात्मा का ध्यान करते हो। ये तो नहीं आदमी बन के वहाँ पर बैठ जाते हो। वो परमात्मा की, आप परमात्मा और आत्मा का मिलन है। वाणी, उस वाणी को जब पढ़ते हो तो वो आपका माध्यम है। आत्मा और परमात्मा को मिलन हो रहा है वाणी से, और आत्मा स्त्री है, जीव आत्मा। वो उसको जब उस कंसेप्ट को हम भूल जाते हैं, मर्द बन जाते हैं, मूछे तान के खड़े हो जाते हैं, तो फिर परमात्मा मिलना मुश्किल है। जब तक इकबाल ने लिखा है
थोड़ा नम हो तो ये ज़मीन बड़ी ज़रखेज़ है, बड़ी उपजाऊ है। अगर हम थोड़ा झुक जाएं तो ज़मीन है, ये ज़मीन ये बहुत उपजाऊ है, इसमें प्यार के फूल खिल जाते हैं। तो ये जो चीज़ें पूरी दुनिया में आप अब जो इंडिया में जिस तरह से पूरी दुनिया में जिस तरह से दुनिया में चेंजेस आ रही ट्रांसजेंडर के लिए, पर भारत में सबसे ज़्यादा चेंजेस आ रही हैं। ਸਾਨੂੰ सारी दुनिया मैनू सारे तुसी भी कहा कि बाहर क्यों नहीं गए, बट इंडिया 'ਚ ਇੰਨੀ जल्दी चेंजेस आ रही हैं, ਇੰਨੀ ज़्यादा राइट्स मिल रहे हैं, अमेरिका 'ਚ भी नहीं मिल रहे हैं। ट्रांसजेंडर वास्ते उत्थे कोई राइट्स नहीं है, इवन कि वॉशरूम नहीं है। इंडिया 'ਚ वॉशरूम है, इंडिया 'ਚ डेमीगॉड उपदेव माना जाता, मतलब भगवान शिव के दरबार में सबसे पहले किन्नर बैठते थे। अब मंदिरों की देखभाल किन्नर करते थे, शाही हरम का देखभाल हम करते थे, देवदासी प्रथा हमने शुरू की, भक्ति आंदोलन हमने शुरू किया, सूफीज़म हमने शुरू किया। बाबा बुल्ले शाह कहते हैं नी मैं रुसिया यार मनाना पावे मैनू कंजरी बनना पेवे। वो घुंघरू बन के 12 साल तक शाह इनायत बूहे अगे नचते रहे, ठीक है ना। ऐसे ही अमीर खुसरो साहब ने भी पूरी नज़में जो कवालियाँ लिखी वो औरत बन के लिखी हैं। मैम साडा देश ਵੱਖ-ਵੱਖ ਧਰਮਾਂ ਦਾ ਦੇਸ਼ ਹੈ ਤੇ ਸਭ ਤੋਂ ਜ਼ਿਆਦਾ ਧਰਮ ਨੂੰ ਸਾਡੇ ਦੇਸ਼ 'ਚ ਹੀ ਮੰਨਿਆ ਜਾਂਦਾ ਹੈ ਤੇ ਧਰਮ ਦੇ ਵਿੱਚ ਹੀ ਟਰਾਂਸਜੈਂਡਰਸ ਨੂੰ ਇੰਨੀ ਜ਼ਿਆਦਾ ਰਿਸਪੈਕਟ, ਇੰਨੀ ਜ਼ਿਆਦਾ ਮਾਨਤਾ ਦਿੱਤੀ ਗਈ, ਬਟ ਫਿਰ ਵੀ ਸਾਡੇ ਦੇਸ਼ ਦੇ ਵਿੱਚ ਟਰਾਂਸਜੈਂਡਰ ਲਈ ਇੱਜ਼ਤ ਘਟ ਰਹੀ ਹੈ, ਜਾਂ ਫਿਰ ਚਲੋ ਹੁਣ ਤਾਂ ਫਿਰ ਰਿਵਾਈਵ ਹੋ ਰਹੇ ਨੇ ਤੁਹਾਡੇ ਕੁਝ ਯਤਨਾਂ ਦੇ ਕਾਰਨ, ਬਟ ਚਲੋ फिर भी इन्हें त्रासदी क्यों है? देखो हम लोग झूठी शान के लिए आगे, अब मैं फॉर एग्जांपल हम लोग दीक्षित हैं, हम लोग वेदी हैं, द्विवेदी हैं, त्रिवेदी हैं, चतुर्वेदी हैं। मैं किसी पे पक्षपात नहीं करें, किसी को कटाक्ष नहीं कर रही हूँ, किसी के बारे में कुछ गलत नहीं बोल रही, लेकिन एक इंसान अपने नाम के अगर चतुर्वेदी लगाता है तो क्या उसको 4 वेदों का नॉलेज है ना? ये तो उपाधियाँ होती थी। हम अपने धर्म का झंडा तो गाड़ रहे हैं, लेकिन क्या हमें धर्म की जानकारी है? क्या हमने वेद पढ़े हैं? क्या हमने उपनिषदों को पढ़ा है? क्या हमने श्री गुरु ग्रंथ साहब जी का पाठ किया? पाठ तो हम डेली करते हैं, क्या हम उसका अनुसरण करते हैं? क्या हम उसको मानते भी हैं? गीता को मानते हैं, गीता की नहीं मानते हैं। हम गुरु ग्रंथ साहब जी को मानते हैं, लेकिन उसकी वाणी को नहीं मानते हैं। हम बस मूछें खड़े करके चले जाते हैं, लेकिन हम उन चीज़ों को नहीं मानते जो उनको फॉलो, जो श्री गुरु नानक देव जी ने सारी ज़िंदगी लगा दी एक चीज़ को ख़त्म करने, हम उसी ठर्रे पे चल रहे हैं अभी भी। जो उन्होंने ख़त्म करनी थी वो अभी भी दोबारा शुरू हो गई, तो हम उस चीज़ को नहीं फॉलो। तो जो अभी एक्सेप्टेंस है दुनिया में, जब तक हम खुद नॉलेज नहीं होगी, धर्मों में तो एक्सेप्टेंस है, दुनिया इसलिए एक्सेप्ट नहीं कर पा रही क्योंकि उनको नॉलेज नहीं है। अगर मैं वेद का मंत्र आपको बोल रही हूँ तो उनको आप वेद का मंत्र उनको पता नहीं होगा कि वेद में ऐसा लिखा है विकृति एवं प्रकृति, है ना। और आत्मा के बारे में कितना, आत्मा को, जीव आत्मा को स्त्री भाव में उस गीता में लिखा है केवल अहम पुरुषम। इसका एग्जाम्पल छोटा सा मैं दूंगी। मीरा जब चित्तौड़गढ़ से वृंदावन आई तो वो वल्लभाचार्य जी से मिलने गई। वल्लभाचार्य जी को बाहर उनके शिष्यों से बोला कि हम आपसे मिलना चाहते हैं, आप प्लीज़ आइए। तो वल्लभाचार्य जी श्रृंगार कर रहे थे लड़की बन के, मतलब लड़की बन गए थे पूरा उन्होंने, क्योंकि वो बांके बिहारी उनके मंदिर में, भगवान कृष्ण के मंदिर में लड़की बन के जाना था, सखी बन के। और जब उन्होंने कहा कि नहीं मैं तो ब्रह्मचारी, मैं स्त्रियों से नहीं मिलता हूँ, तो मीरा ने जवाब भेजा, अरे वृंदावन में कौन पुरुष पैदा हो गया? वृंदावन में तो कोई पुरुष नहीं है। तो जब उनके पास वो मैसेज गया, वो भागे बाहर आए कि मैं तो अपने आप को झूठा आदमी मान बैठा था, मैं आदमी नहीं हूँ, मैं तो औरत ही हूँ। हम सब स्त्रियाँ हैं, इसलिए हम कभी कभी भूल जाते हैं। हम पढ़े लिखे भी होते हैं, हम गीता को भी जानते हैं, हम गुरु ग्रंथ साहब जी को भी जानते हैं, रोज़ पढ़ते हैं, लेकिन हम उसकी बातों को नहीं मान। इसलिए वल्लभाचार्य को याद आ गया, अरे मीरा ने जो सवाल भेजा है कि वृंदावन में कौन पुरुष पैदा हो गया, तो गीता में लिखा कि केवल अहम पुरुषम, केवल मैं ही पुरुष हूँ और कोई पुरुष। तो उनको याद आ गया, यस, क्योंकि वो भी वही फॉलो कर रहे थे, दुनिया फॉलो कर। इसलिए हमें पढ़ना चाहिए और बातों को अमल भी करना चाहिए, तभी जाके ये इक्वालिटी, इक्वल राइट्स से कुछ नहीं होता। इक्वल अपॉर्चुनिटी भी देनी होती है, समान अधिकारों के बराबर हमें समान अवसर भी देने होंगे, तब जाके हम सिर्फ बात नहीं कर सकते हैं। आप सिर्फ बात करोगे, नहीं जी मैं आपके साथ हूँ, आपके साथ, आपको हमारे लिए काम भी करना होगा। आप हमारे एडवोकेट हो, आपको एडवाइस, ये जो वीडियो बन रही है वो एडवोकेसी के लिए बन रही है,
आप हमारी वकालत करोगे दुनिया के सामने, नहीं भाई गलत नहीं है जो आप सोच रहे हैं, वो स्टीरियोटाइप है, ये सब स्टीरियोटाइप तोड़ो। हम लोगों ने कोशिश की थी कि लड़कों को राखी बांधते, लड़के भी राखी बांधे लड़कियों, अब वो अबला नहीं सबला है, अब वो खुद पावरफुल हैं। सो ये इंटरेस्ट चेंज होना चाहिए, स्टीरियोटाइप टूटने चाहिए। ਬਿਲਕੁਲ ਮੈਮ, ਅਸੀਂ ਪੜ੍ਹਦੇ ਤਾਂ ਹਾਂ ਪਰ ਵਿਚਾਰਦੇ ਨਹੀਂ ਜੀ। ਤੇ ਮੈਮ ਜਿੱਦਾਂ ਤੁਸੀਂ ਦੱਸਿਆ ਕਿ ਕੈਨੇਡੀਅਨ ਗਵਰਨਮੈਂਟ ਨੇ ਤੁਹਾਨੂੰ ਅਪਰੋਚ ਕੀਤੀ ਕਿ ਤੁਸੀਂ ਇੱਥੇ ਆ ਸਕਦੇ ਹੋ, ਕਿਆ ਕਦੇ ਹੁਣ ਲਾਅ ਬਣਨ ਤੋਂ ਬਾਅਦ ਇੰਨੇ ਚੇਂਜਸ ਆਉਣ ਤੋਂ ਬਾਅਦ ਕਿਆ ਇੰਡੀਅਨ ਗਵਰਨਮੈਂਟ 'ਚੋਂ ਵੀ ਕਿਸੇ ਨੇ ਕਦੇ ਇੱਦਾਂ ਅਪਰੋਚ ਆਈ ਹੈ ਕਿ ਤੁਹਾਨੂੰ ਅਸੀਂ ਵੀ ਕੁਛ ਇੱਦਾਂ ਦੀ ਫੈਸਿਲਿਟੀਜ਼ ਦਿੰਦੇ ਹਾਂ? ਮੈਂ ਬਹੁਤ ਸੰਘਰਸ਼ ਕਰਕੇ ਟਰਾਂਸਜੈਂਡਰ ਵੈਲਫੇਅਰ ਬੋਰਡ ਬਣਵਾਇਆ ਸੀ ਚੰਡੀਗੜ੍ਹ ਦਾ, ਹਾਂਜੀ, that is government board. So I'm a non-official member of transgender welfare board. So I'm a member of think tank. Think tank 12 ਲੋਕਾਂ ਦਾ ਇੱਕ think tank ਬਣਿਆ ਪੂਰੇ ਨੈਸ਼ਨਲ ਲੈਵਲ ਦਾ, UNDP ਦਾ ਐਂਡ ਨੀਤੀ ਆਯੋਗ ਦਾ ਅਸੀਂ ਸਿਫਾਰਿਸ਼ਾਂ ਕਰਦੇ ਹਾਂ। ਸੋ ਇਸ ਤੋਂ ਜ਼ਿਆਦਾ ਕੀ ਚਾਹੀਦਾ, ਮਤਲਬ ਅਸੀਂ ਇੰਡੀਆ ਦੀ ਹਰ ਪਾਲਿਸੀ ਵਿੱਚ ਹੈਗੇ ਹਾਂ ਐਂਡ ਪਾਲਿਸੀ ਕਰਕੇ ਹੀ ਚੇਂਜਸ ਹੋ, ਤਾਂ ਹੀ ਤਾਂ ਟਰਾਂਸਜੈਂਡਰ ਇਹ ਪ੍ਰੋਟੈਕਸ਼ਨ ਬਿੱਲ ਪਾਸ ਹੋਇਆ ਹੈ। ਮੈਮ ਇਹ ਤਾਂ ਚਲੋ ਤੁਹਾਡੀ ਸਟਰਗਲ ਹੋ ਗਈ, ਬਟ ਜਿੱਦਾਂ ਇੱਕ ਗਵਰਨਮੈਂਟ ਦੀ ਸਿੱਧੀ ਅਪਰੋਚ ਆਣੀ ਇੱਦਾਂ ਦਾ ਕੁਝ ਕਰੀ? ਅਪਰੋਚ ਹੈਗੇ ਜਿਹਨੂੰ ਅਪਰੋਚ ਇਹਦਾ ਨਹੀਂ ਕੋਈ ਬੰਦਾ ਸਿੱਧਾ ਰਾਸ਼ਟਰਪਤੀ ਬਣਾ ਦੇਗਾ ਮੈਨੂੰ, ਬਿਲਕੁਲ ਇਹ ਤਾਂ ਉਹਦੇ ਵਾਸਤੇ ਕੁਆਲਿਟੀ ਵੀ ਕੁਆਲੀਫਿਕੇਸ਼ਨ ਵੀ ਚਾਹੀਦੀਆਂ। ਇਫ ਆਈ ਹੈਵ ਡਿਗਰੀ ਆਫ PhD then nobody can stop me to be a professor. ਮੈਨੂੰ ਕੋਈ ਨਹੀਂ ਰੋਕ ਸਕਦਾ ਪ੍ਰੋਫੈਸਰ ਬਣਨਾ। ਅਗਰ ਰੋਕੇਗਾ ਫਿਰ ਮੈਂ ਹਾਈ ਕੋਰਟ ਚਲਾ ਮਤਲਬ ਜਾਣਾ ਪਏਗਾ ਮੈਨੂੰ। ਸੋ ਕੁਝ ਪੋਸਟਾਂ ਨਿਕਲ ਰਹੀਆਂ ਹੁਣ ਅਗਲੇ ਸਾਲ ਮਿਊਨਿਸਪਲ ਕਾਰਪੋਰੇਸ਼ਨ ਦੀਆਂ, ਹੋਰ ਵੀ ਜਗ੍ਹਾ ਨਿਕਲਣਗੇ। ਸੋ ਸਾਨੂੰ ਪਹਿਲਾਂ ਹੀ ਦੱਸਿਆ ਗਿਆ ਕਿ ਤੁਸੀਂ ਪ੍ਰਿਪੇਅਰ ਰਹੋ। ਓਕੇ, ਸੋ ਮਤਲਬ ਅਪਲਾਈ ਕਰਨ ਵਾਸਤੇ ਮੈਂ ਤਾਂ ਅਪਲਾਈ ਨਹੀਂ ਕਰ ਸਕਦੀ, ਬਟ ਚਲੋ ਬਾਕੀ ਲੋਕ ਤਾਂ ਅਪਲਾਈ ਕਰ ਸਕਦੇ हैं। ਮੈਂ ਉਹਨਾਂ ਨੂੰ ਕਿਹਾ ਹੈ, ਅਵੇਅਰ ਕੀਤਾ ਕਿ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਕੰਪਲੀਟ ਰੱਖੋ, ਜਦੋਂ ਵੀ ਤੁਹਾਡੇ ਜਦੋਂ ਪੋਸਟ ਨਿਕਲਦੀ ਹੈ ਤੁਸੀਂ ਅਪਲਾਈ ਕਰ ਲਓ। ਸੋ ਇਹ ਸਭ ਚੀਜ਼ਾਂ ਹੋ ਰਹੀਆਂ, ਗਵਰਨਮੈਂਟ ਕਰ ਰਹੀ ਹੈ, ਗਵਰਨਮੈਂਟ ਜੋ ਕਰ ਸਕਦੀ ਉਹ ਕਰ ਹੀ ਰਹੀ ਹੈ। ਮੈਮ ਮੈਂ ਸੁਣਿਆ ਤੁਸੀਂ ਇੱਕ NGO ਵੀ ਚਲਾ ਰਹੇ ਹੋ ਜੀ। NGO ਦੇ ਵਿੱਚ ਕਿਵੇਂ ਦਾ ਵਰਕ ਰਹਿੰਦਾ ਫਿਰ, ਕਿਉਂਕਿ ਇੰਨੇ ਬਿਜ਼ੀ ਸ਼ਡਿਊਲ 'ਚੋਂ ਜਦੋਂ ਇੱਧਰ ਕਿਤੇ ਵੀ ਤੁਹਾਨੂੰ ਜਾਣਾ ਪੈ ਸਕਦਾ ਹੈ, ਤੇ ਉਸ ਦੇ ਵਿੱਚ ਫਿਰ NGO ਵਾਸਤੇ ਟਾਈਮ ਕਿਵੇਂ ਕੱਢਦੇ? ਮੇਰਾ ਫੋਕਸ ਸਾਰਾ NGO ਦੇ ਵਿੱਚ ਹੀ ਹੈ, ਮਤਲਬ ਹਾਂ ਨਾਲ ਸਟੱਡੀ ਵੀ ਚੱਲਦੀ, ਬਟ ਫੋਕਸ ਜੋ ਵੀ ਕੰਮ ਚੱਲ ਰਿਹਾ ਉਹ NGO ਦੇ ਅੰਡਰ ਹੀ ਚੱਲ ਰਿਹਾ। ਸક્ષਮ ਜਿਹੜਾ ਹੈ, ਸક્ષਮ ਪ੍ਰਕਿਰਤੀ ਵੈਲਫੇਅਰ ਸੁਸਾਇਟੀ, ਉਹਨੂੰ ਅਸੀਂ ਸક્ષਮ ਟਰਸਟ ਕਰਕੇ ਵੀ ਬੋਲਦੇ ਹਾਂ। ਤੇ ਅਸੀਂ ਉਹ ਸਾਰੀ ਜਿਹੜੀ ਐਕਟੀਵਿਟੀਜ਼ ਹੈ, ਜੋ ਵੀ ਐਕਟੀਵਿਟੀ ਟਰਾਂਸਜੈਂਡਰ ਵੈਲਫੇਅਰ ਬੋਰਡ ਬਣਿਆ ਉਹ ਸક્ષਮ ਟਰਸਟ ਕਰਕੇ ਬਣਿਆ। ਐਡਮਿਸ਼ਨ ਜਿਹੜੀ ਮੇਰੀ ਹੋਈ ਉਹ ਵੀ ਸક્ષਮ ਟਰਸਟ ਕਰਕੇ ਹੀ ਹੋਈ, ਕਿਉਂਕਿ ਅਸੀਂ ਅਵੇਅਰਨੈਸ ਪਹਿਲੇ ਕਰ ਰਹੇ ਸੀ। ਅਸੀਂ LGBT ਪ੍ਰਾਈਡ ਕਰਦੇ ਹਾਂ ਚੰਡੀਗੜ੍ਹ 'ਚ, ਪੰਜਾਬ ਯੂਨੀਵਰਸਿਟੀ 'ਚ 7 ਦਿਨ ਅਸੀਂ ਫੈਸਟੀਵਲ ਕਰਦੇ ਹਾਂ ਟਰਾਂਸਜੈਂਡਰ ਜਾਂ LGBT ਕਮਿਊਨਿਟੀ ਵਾਸਤੇ, ਪ੍ਰਾਈਡ ਵਾਕ ਕਰਦੇ ਹਾਂ, ਸਭ ਸક્ષਮ ਟਰਸਟ ਦੇ ਅੰਡਰ ਹੁੰਦਾ। ਜਿਹੜੀ ਵੀ ਅਵੇਅਰਨੈਸ ਚੰਡੀਗੜ੍ਹ 'ਚ ਹੋਈ ਹੈ ਉਹ ਸਭ ਸક્ષਮ ਟਰਸਟ ਕਰਕੇ ਹੋਈ ਹੈ। ਜੀ ਹੋਪ ਮੈਮ ਅਸੀਂ ਵੀ ਦੁਆ ਕਰਦੇ ਹਾਂ ਕਿ ਤੁਹਾਡਾ ਸੁਪਨਾ ਬਹੁਤ ਜਲਦ ਪੂਰਾ ਹੋਵੇ। ਸ਼ੁਕਰੀਆ। ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ। ਥੈਂਕ ਯੂ ਸੋ ਮਚ ਮੈਮ। ਥੈਂਕ ਯੂ। ਤੇ ਇਹ ਸੀਗੇ ਧਨੰਜੇ ਚੌਹਾਨ ਜੀ, ਜਿਨ੍ਹਾਂ ਨਾਲ ਅਸੀਂ ਅੱਜ ਗੱਲਬਾਤ ਕੀਤੀ। ਤੇ ਜੇ ਤੁਹਾਨੂੰ ਸਾਡੀ ਇਹ ਗੱਲਬਾਤ ਚੰਗੀ ਲੱਗੀ ਤਾਂ ਸਤ ਸਿੰਧੂ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਤੇ ਫਿਰ ਮਿਲਦੇ ਹਾਂ, ਜੁੜੇ ਰਹੋ।